हम खारे, खसमाना कर प्यारे, बुरे भले हम खार। प्रभ जियो, प्रभ जियो, प्रभ जियो, प्रभ जियो। सुनी पुकार समरथ स्वामी, सुनी पुकार समरथ स्वामी, बंधन काट सवारे, बंधन काट सवारे। सुनी पुकार समरथ स्वामी। वाह जी। हाँ जी जथेदार साहब शुरू करिए जी। हाँ जी अंकल। वाह जी। और रल के पहला दसम पातशाही दिती हुई फतेह दी सांझ करिए जी। गज के सारे जाने अपने घर च बुलाइए जी। वाहिगुरु जी का खालसा, वाहिगुरु जी की फतेह। उपरंत आपां सच्चे पातशाह दा शुकराना करिए कि अज फिर सानू सुबह का समा जुड़ बैठन दा, वड्याई विचार करन दा, गुण गान दा मिला है। मैं बेनती करांगा अज भैन जी जसवंत कौर जी, मनमीन कौर होना दे परिवार दी जाप दी और श्लोक दी सेवा है। वाह जी। साडे रूबरू हाँ जी। मैं बेनती करांगा सारे परिवार को कि बड़े प्यार नाल महसूस करके, मतलब समझ के और बड़े एकाग्रचित होके आप सारे जाने जाप करिए जी। आओ जी। मनमीन कौर जी। वाहिगुरु जी का खालसा, वाहिगुरु जी की फतेह। एक ओंकार, एक ओंकार, सतनाम सतनाम करता पुरख निर्भव निर्वैर अकाल मूरत आजूनी सैपन गुरप्रसाद ओंकार सतनाम करता पुरख निर्वैर आजूनी सैपन गुरप्रसाद ओंकार सतनाम करता पुरख निर्वैर आजूनी सैपन गुरप्रसाद ओंकार
नाम सतनाम करता पुरख करता पुरख निर्भव निर्वैर निर्वैर मूरत अजूनी अर्जुनी गुर प्रसाद हे गुरु वाहे 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 गुरु वाहिगुरु जी का खालसा वाहिगुरु जी की फतेह जी फतेह। वाह जी वाह मनमीत बेटा जी भैन जी जसवंत कौर जी वीर जी बड़े प्यार नाल सारे परिवार ने ਜਦੋਂ ਸਾਰਾ ਪਰਿਵਾਰ ਜਾਪ ਕਰਦਾ ਹੈ ਜੀ ਉਹਦਾ ਆਨੰਦ ਹੋਰ ਹੈ। ਵਾਹ ਜੀ ਉਹ ਪਰਿਵਾਰ ਨਹੀਂ ਉਹ ਸੰਗਤ ਬਣ ਜਾਂਦੀ। ਆਹਾ ਮੈਂ ਬੇਨਤੀ ਕਰਾਂਗਾ ਬੇਟੀ ਨੂੰ ਕਿ ਅਗਲਾ ਸ਼ਲੋਕ ਜਿਹੜਾ 47ਵਾਂ ਸ਼ਲੋਕ ਹੈ ਉਹਦੀ ਅੱਜ ਵਿਚਾਰ ਕਰਨੀ ਹੈ। आओ जी बड़े प्यार नाल जिस तरह आप जी परिवार सारे ने जाप कराया है इस तरह ही सानू अज श्लोक दी वो भी श्रवण कराओ ते नाल विचार भी कराओ जी। आओ संगत जी सारे जाने अपनी बिरतियां कागर करिए क्योंकि ये विचार जिहड़ी अज दी विचार है सारी विचार साडे विकारां ते है ਸਾਡੇ ਨਾਮ ਤੇ ਹੈ। ਸਾਡਾ ਜੀਵਨ ਕਿਵੇਂ ਵਿਕਾਰਾਂ 'ਚ ਬਰਬਾਦ ਹੁੰਦਾ ਹੈ, ਵਿਕਾਰਾਂ ਦੇ ਵਿੱਚ ਗਰਸਿਆ ਗਿਆ ਹੈ, ਪਰ ਕਿਵੇਂ ਅਸੀਂ ਨਿਕਲ ਸਕਦੇ ਹਾਂ। ਅੱਜ ਇਹ ਵਿਚਾਰ ਅਸੀਂ ਇਹ ਪਰਿਵਾਰ ਸਾਨੂੰ ਕਰਾਏਗਾ ਜੀ। ਆਓ ਜੀ ਬੇਟਾ ਮਨਮੀਤ ਕੌਰ ਜੀ ਤੇ ਮੈਂ ਸਹਿਜ ਵੀਰ ਜੀ ਨੂੰ ਕਹਾਂਗਾ ਕਿ ਬਾਣੀ ਨੂੰ ਅੱਗੇ ਲੈ ਕੇ ਆਉਣ ਤੇ ਆਪਾਂ ਅੱਜ ਦੀ ਵਿਚਾਰ ਸ਼ੁਰੂ ਕਰੀਏ। कबीर परदेसी कै कागरे 24 लागी आग किंथा जल कोयला पई आगे आँच न लाग। कबीर परदेसी कै कागरे 24 लागी आग किंथा जल कोयला पई तागे आँच न लाग। परदेसी ਇਹ ਜੀਵ ਜੋ ਇਸ ਜਗਤ ਵਿੱਚ ਮੁਸਾਫਿਰ ਵਾਂਗ 4 ਦਿਨ ਲਈ ਰਹਿਣ ਆਇਆ ਹੈ। ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿੱਚ 2-4 ਦਿਨ ਵਾਸਤੇ ਆ ਟਿਕਦਾ ਹੈ। ਕਾਗਰਾ ਦਰਵਾਜ਼ਾ ਭਾਵ ਗਿਆਨ ਇੰਦਰਾ, ਕਾਗਰੇ ਦਰਵਾਜ਼ੇ ਨੂੰ ਗਿਆਨ ਇੰਦਰੇ ਨੂੰ, ਚੌਹਦਿਸ ਚੌਹਾਂ ਪਾਸਿਆਂ ਵੱਲੋਂ ਭਾਵ ਹਰੇ ਗਿਆਨ ਇੰਦਰੇ ਨੂੰ, ਆਗ ਅੱਗ ਵਿਕਾਰਾਂ ਦੀ ਅੱਗ, ਅੱਖਾਂ ਨੂੰ ਪਰਦਿਸ਼ਟ ਵਿਕਾਰ, ਕੰਨਾਂ ਨੂੰ ਪਰ ਨਿੰਦਾ, ਜੀਵ ਨੂੰ ਮਿੱਠ ਸਵਾਦ ਇਤਿਆਦਿ। ਕਿੰਥਾ ਗੋਦੜੀ ਇਸ ਪਰਦੇਸੀ ਜੋਗੀ ਦਾ ਸਰੀਰ ਰੂਪ ਗੋਦੜੀ, ਧਾਗਾ ਇਸ ਸਰੀਰ ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ ਆਤਮਾ, ਆਂਚ ਸੇਕ ਵਿਕਾਰਾਂ ਦੀ ਅੱਗ ਦਾ ਸੇਕ। ਇਸ ਪਰਦੇਸੀ ਜੀਵ ਦੇ ਗਿਆਨ ਇੰਦਰੀਆਂ ਨੂੰ ਹਰ ਪਾਸੇ ਵੱਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਜੋ ਪਰਦੇਸੀ ਜੋਗੀ ਬੇਪਰਵਾਹ ਹੋ ਕੇ ਇਸ ਅੱਗ ਦਾ ਨਿੱਘਾ ਆਨੰਦ ਮਾਣਦਾ ਰਿਹਾ, ਉਸਦੀ ਸਰੀਰ ਗੋਦੜੀ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਪੋਲੇ ਹੋ ਗਈ। ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ ਇਸ ਸਰੀਰ ਵਿੱਚ ਵਸਦੇ ਜਿੰਦ ਦਾ ਖਿਆਲ ਰੱਖਿਆ ਤੇ ਵਿਕਾਰ ਅਗਨੀ ਦੇ ਨਿੱਘੇ ਦਾ ਸਵਾਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸਦੀ
ਆਤਮਾ ਨੂੰ ਇਹਨਾਂ ਵਿਕਾਰਾਂ ਦੀ ਅੱਗ ਦਾ ਸੇਕ ਵੀ ਨਾ ਲੱਗਾ। ਭਾਵ ਉਹ ਇਸ ਬਲਦੀ ਅੱਗ ਵਿੱਚੋਂ ਬਚ ਗਿਆ। ਵਾਹ ਜੀ। ਜੈ ਜੀ। ਤਾਂ ਹੁਣ ਇਹ ਵਾਲੇ ਸ਼ਲੋਕ ਦੇ ਵਿੱਚ ਜੀ ਸਾਨੂੰ ਕੀ ਸਮਝਾਇਆ ਗਿਆ ਹੈ ਜੀ, ਤਾਂ ਹੁਣ ਅਸੀਂ ਇੱਕ ਵਾਰ ਉਹ ਦੇਖਦੇ ਹਾਂ। ਸਾਨੂੰ ਇਹਦੇ ਵਿੱਚ ਇਹ ਕਿਹਾ ਗਿਆ ਹੈ ਜੀ ਕਿ ਅਸੀਂ ਯਾਦ ਰੱਖੀਏ ਕਿ ਅਸੀਂ ਇਸ ਜਗਤ ਦੇ ਵਿੱਚ ਇੱਕ ਮੁਸਾਫਿਰ ਵਾਂਗ ਆਏ ਹਾਂ, ਇੱਕ ਮੁਸਾਫਿਰ ਵਾਂਗ 4 ਦਿਨ ਲਈ ਰਹਿਣ ਆਏ ਹਾਂ। ਤੇ ਸਾਨੂੰ ਸਾਰਿਆਂ ਨੂੰ ਸਾਡੀ ਜੀਵਨ ਦੇ ਵਿੱਚ ਇੱਜ਼ਤ ਚਾਹੀਦੀ ਹੈ, ਪੈਸਾ ਚਾਹੀਦਾ ਹੈ, ਖਾਣ ਦਾ ਸਵਾਦ, ਪਾਣ ਦਾ ਸਵਾਦ, ਤੇ ਇਹ ਸਾਰਾ ਕੁਝ ਅਸੀਂ ਆਪਣੀ ਗਿਆਨ ਇੰਦਰੀਆਂ ਨੂੰ ਸੰਤੁਸ਼ਟ ਕਰਨ ਲਈ ਕਰਦੇ ਹਾਂ। ਤੇ ਅਸੀਂ ਮਟੀਰੀਅਲਿਸਟਿਕ ਬਣ ਰਹੇ ਹਾਂ, ਭਾਵ ਅਸੀਂ ਦੁਨਿਆਵੀ ਚੀਜ਼ਾਂ ਵੱਲ ਵੱਧ ਰਹੇ ਹਾਂ। ਜਿੰਨਾ ਅਸੀਂ ਮਟੀਰੀਅਲਿਸਟਿਕ ਹੁੰਦੇ ਹਾਂ ਉਨਾ ਹੀ ਇਹ ਸਾਰੇ ਵਿਕਾਰ, ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਾਨੂੰ ਚਿਮੜੇ ਰਹਿੰਦੇ ਹਨ। ਇਹ ਸਾਡੀ ਗਿਆਨ ਇੰਦਰੀਆਂ ਨੂੰ ਚਾਰੇ ਪਾਸੋਂ ਵਿਕਾਰਾਂ ਦੀ ਅੱਗ ਲੱਗੀ ਹੁੰਦੀ ਹੈ। ਤੇ ਹੁਣ ਸਾਡੇ ਹੱਥ ਵਿੱਚ ਹੈ ਕਿ ਅਸੀਂ ਇਹ ਵਿਕਾਰਾਂ ਦੀ ਅੱਗ ਦਾ ਨਿੱਘ ਮਾਨਣਾ ਹੈ ਜਾਂ ਇਸ ਨੂੰ ਮਾਨਣ ਤੋਂ ਸੰਕੋਚ ਕਰਨਾ ਹੈ। ਤਾਂ ਜੋ ਇਹ ਵਿਕਾਰਾਂ ਦੀ ਅੱਗ ਦਾ ਨਿੱਘ ਮਾਣਦੇ ਹਨ ਉਹਨਾਂ ਦੀ ਗੋਦੜੀ ਸੜ ਜਾਂਦੀ ਹੈ, ਅਤੇ ਜੋ ਗੁਰਬਾਣੀ ਦੇ ਚਾਨਣ ਵਿੱਚ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਉਹ ਇਹ ਵਿਕਾਰਾਂ ਦੀ ਅੱਗ ਨੂੰ ਨਹੀਂ ਮਾਣਦਾ। ਜਿਵੇਂ ਹੁਣ ਮੈਨੂੰ ਹੈ ਕਿ ਹੁਣ ਮੈਂ ਪੈਸਾ ਕਮਾਣਾ ਹੈ, ਤਾਂ ਉਹਦੇ ਨਾਲ ਮੇਰੇ ਅੰਦਰ ਲਾਲਚ ਆ ਜਾਏਗਾ। ਹੁਣ ਜੇ ਮੇਰੇ ਕੋਲ ਜ਼ਿਆਦਾ ਪੈਸਾ ਹੈ ਤਾਂ ਕਈ ਵਾਰੀ ਮੈਂ ਕੁਝ ਅਨਫੇਅਰ ਮੀਨਸ ਵੀ ਯੂਜ਼ ਕਰ ਸਕਦੀ ਹਾਂ। ਜਿੰਨਾ ਜ਼ਿਆਦਾ ਪੈਸਾ ਉਨਾ ਹੰਕਾਰ, ਉਨਾ ਕ੍ਰੋਧ, ਜਿਹਦੇ ਨਾਲ ਮੇਰੀ ਪੂਰੀ ਪਰਸਨੈਲਿਟੀ ਵੀ ਡਿਸਟਰੋਏ ਹੋ ਸਕਦੀ ਹੈ। ਤਾਂ ਅਸੀਂ ਆਪਣਾ ਇਸ ਜਗਤ ਵਿੱਚ ਆਉਣ ਦਾ ਅਸਲ ਮਨੋਰਥ ਯਾਦ ਰੱਖੀਏ ਕਿ ਆਤਮਾ ਨੇ ਪਰਮਾਤਮਾ ਨੂੰ ਮਿਲਣਾ ਹੈ। ਜਿਵੇਂ ਕਿ ਅਸੀਂ ਸਾਰੇ ਗੁਰਬਾਣੀ ਵਿੱਚ ਪੜ੍ਹਦੇ ਹਾਂ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਤਾ ਹੈ ਡੂਬੀ ਅਲੇ। ਇਹ ਸਾਰਾ ਸੰਸਾਰ ਮੋਹ ਦੇ ਚਿੱਕੜ ਦੇ ਵਿੱਚ ਫਸਿਆ ਹੋਇਆ ਹੈ ਤੇ ਕਈ ਉਸ ਚਿੱਕੜ ਦੇ ਵਿੱਚ ਡੁੱਬ ਵੀ ਜਾਂਦੇ ਹਨ। ਸੋ ਅਸੀਂ ਆਪਣਾ ਜਿਹੜਾ ਆਉਣ ਦਾ ਸਾਡੇ ਇੱਥੇ ਪਰਪਸ ਹੈ, ਅਸੀਂ ਉਸ ਪਰਪਸ ਨੂੰ ਯਾਦ ਰੱਖੀਏ ਅਤੇ ਵਿਕਾਰਾਂ ਦੀ ਅੱਗ ਦਾ ਨਿੱਘ ਨਾ ਮਾਣੀਏ। ਵਾਹ ਜੀ, ਵਾਹ ਬੇਟਾ ਜੀ ਵਾਹ। ਜਿਹੜੀ ਬੜੀ ਇੰਪੋਰਟੈਂਟ ਗੱਲ ਤੁਸੀਂ ਇਹ ਕਹੀ ਹੈ ਨਾ, ਕਿ ਅਸੀਂ ਆਪਣੇ ਜ਼ਿੰਦਗੀ ਵਿੱਚ, ਦੁਨੀਆ ਵਿੱਚ ਆਉਣ ਦਾ ਮਨੋਰਥ ਯਾਦ ਰੱਖੀਏ। ਮੈਨੂੰ ਲੱਗਦਾ ਇੱਕ ਇਹੀ ਚੀਜ਼ ਹੈ ਕਿ ਸਾਨੂੰ ਜਿਹੜੀ ਵਿਕਾਰਾਂ ਤੋਂ ਬਚਾ ਸਕਦੀ ਹੈ। ਛੋਟੀ ਜਿਹੀ ਵਿਚਾਰ ਮੈਂ ਵੀ ਇੱਕ, ਅਗਰ ਆਪ ਜੀ ਪ੍ਰਵਾਨਗੀ ਦਿਓ, ਆਪਾਂ ਰੋਜ਼ ਆਪਣੇ ਆਲੇ ਦੁਆਲੇ ਦੇਖਦੇ ਹਾਂ ਸਾਰਾ ਕੁਝ ਬੀਤਦਾ ਹੋਇਆ, ਸਾਨੂੰ ਪਤਾ ਲੱਗਦਾ ਹੈ ਕਿ ਇਹ ਵਿਕਾਰ ਹੈ ਤੇ ਇਹ ਸਾਨੂੰ ਵਿਕਾਰਾਂ ਤੋਂ ਚੀਜ਼ ਬਚਾ ਸਕਦੀ ਹੈ। ਮੈਂ ਕੁਝ ਦਿਨ ਮੈਨੂੰ ਕਿਤੇ ਬਾਹਰ ਜਾਣ ਦਾ ਮੌਕਾ ਮਿਲਿਆ। ਇੱਕ ਘਰ ਵਿੱਚ ਜਿੱਥੇ ਮੈਂ ਰਹਿਣਾ ਸੀ 4 ਦਿਨ, ਉਹਦੇ ਨਾਲ ਬਿਲਕੁਲ ਡੰਪ ਸੀਗਾ ਕੂੜੇ ਦਾ। ਮੈਨੂੰ ਪਹਿਲੇ ਦਿਨ ਬੜੀ ਸਮੈਲ ਆਈ ਤੇ ਮੈਂ ਬੜਾ ਔਖਾ ਰਿਹਾ, ਰਾਤ ਬਹੁਤ ਔਖੀ ਕੱਟੀ। ਤੇ ਮੈਂ ਸਵੇਰੇ ਉਹਨਾਂ ਨੂੰ ਜਾ ਕੇ ਕਿਹਾ ਵੀ ਨਹੀਂ, ਬਹੁਤ ਮੁਸ਼ਕਿਲ ਹੈ ਇੱਥੇ ਰਹਿਣਾ, ਮੈਨੂੰ ਲੱਗ ਰਿਹਾ ਕਿ ਮੈਨੂੰ ਬਹੁਤ ਸਮੈਲ ਆ ਰਹੀ। ਉਹਨਾਂ ਨੇ ਅੱਗੋਂ ਕੀ ਕਿਹਾ, ਜਿਹੜੀ ਗੱਲ ਮੈਂ ਆਪਣੇ ਗਿਆਨ ਗੋਲਕ ਵਿੱਚ ਲਿਖ ਲਈ। ਮੈਂ ਸਾਰੇ ਬੱਚਿਆਂ ਨੂੰ ਕਹਾਂਗਾ ਤੁਸੀਂ ਵੀ ਲਿਖੋ ਜੀ ਇਹ ਵਾਲੀ ਗੱਲ, ਔਰ ਚੈਟ ਵਿੱਚ ਵੀ ਲਿਖ ਦਿਓ ਇਹਨੂੰ, ਤਾਂ ਕਿ ਸਾਡੇ ਕੋਲ ਹਮੇਸ਼ਾ ਰਹੇ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੰਦ ਵਿੱਚ ਰਹਿਣ ਦੀ ਆਦਤ ਪੈ ਗਈ ਹੈ। ਹੁਣ ਮੈਨੂੰ ਲੱਗਿਆ ਕਿ ਜਿਹੜੇ ਇਹ ਵਿਕਾਰ ਹਨ, ਹੁਣ ਜਦੋਂ ਅਸੀਂ ਵਿਕਾਰ ਕਰਦੇ ਕਰਦੇ ਇੰਨੇ ਜ਼ਿਆਦਾ ਉਹਦੇ ਵਿੱਚ ਗ੍ਰਸ ਜਾਂਦੇ ਹਾਂ, ਸਾਨੂੰ ਉਹਨਾਂ ਵਿਕਾਰਾਂ ਦੀ ਆਦਤ ਹੋ ਜਾਂਦੀ। ਹੁਣ ਜਦੋਂ ਜਿਹੜੀ ਸਮੈਲ ਮੈਨੂੰ ਆ ਰਹੀ ਸੀ, ਉਹ ਸਮੈਲ ਉਹਨਾਂ ਘਰ ਵਾਲਿਆਂ ਨੂੰ ਨਹੀਂ ਸੀ ਆ ਰਹੀ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਸੀ। ਅਸੀਂ ਇੱਕ ਦੂਜੇ ਦੀ ਗੱਲ ਕਿਸੇ ਹੋਰ ਨਾਲ ਕਰਦੇ ਹਾਂ, ਜਾਂ ਆਪਸ ਆਪਣੀ ਹਉਮੈ ਕਿਸੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਖਾਣ ਦੀ ਜਿਹੜੀ ਸਾਨੂੰ ਮਤਲਬ ਚਸਕੇ ਲੈਣ ਦੀ ਆਦਤ ਹੈ। ਮਤਲਬ ਇਹ ਚਾਰੇ ਜਿਹੜੇ 5 ਗਿਆਨ ਇੰਦਰੀ ਨੇ ਸਾਡੇ, ਬੋਲਣ ਦੀ, ਦੇਖਣ ਦੀ, ਲਾਇਤਬਾਰੀ, ਸੁਣਨ ਦੀ, ਇਹ ਸਾਰੀਆਂ ਅੱਗਾਂ ਸਾਨੂੰ ਲੱਗੀਆਂ ਹੋਈਆਂ। ਮੈਨੂੰ ਲੱਗਦਾ ਹੈ ਕਿ ਪਹਿਲਾਂ ਸਾਨੂੰ ਸਭ ਤੋਂ ਮਨ ਕੀ ਵਾਸਨਾ ਮਨ ਤੇ ਟਰੇ, ਪਹਿਲਾਂ ਇਹਨੂੰ ਚੀਜ਼ ਨੂੰ ਪ੍ਰੈਕਟਿਸ ਕਰਨਾ ਚਾਹੀਦਾ ਹੈ। ਔਰ ਬੇਟਾ ਤੁਸੀਂ ਸਾਰੇ ਜਾਣੇ ਜਿਹੜੇ ਸੰਗਤ ਜੁੜੀ ਹੈ, ਮੈਂ ਸਾਰਿਆਂ ਨੂੰ ਕਹਾਂਗਾ ਕਿ ਥੋੜਾ ਥੋੜਾ ਵਿਚਾਰ ਸਾਰੇ ਦੇਣ ਕਿ ਸਾਰਿਆਂ ਨੂੰ ਇਹ ਵਿਕਾਰ ਸਭ ਨੂੰ ਚਿਮੜੇ ਹਨ।
ਸਾਰਿਆਂ ਕੋਲ ਸਾਰੇ ਵਰਤਦੇ ਹਨ ਔਰ ਜਾਣ ਬੁੱਝ ਕੇ ਨਹੀਂ, ਅਸੀਂ ਕਿਉਂਕਿ ਇਹ ਯੂਜ਼ ਟੂ ਹੋ ਜਾਂਦੇ ਹਾਂ, ਉਸ ਕਰਕੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਵਿਕਾਰ ਕਰ ਰਹੇ ਹਾਂ ਕਿ ਅਸੀਂ ਪਰਮਾਤਮਾ ਦਾ ਨਾਮ ਲੈ ਰਹੇ ਹਾਂ। ਕਈ ਵਾਰੀ ਪਾਠ ਜਦੋਂ ਅਸੀਂ ਸਾਨੂੰ ਹੰਕਾਰ ਪਾਠ ਦਾ ਵੀ ਹੋ ਜਾਂਦਾ ਤਾਂ ਵੀ ਉਹ ਵਿਕਾਰ ਬਣ ਜਾਂਦਾ ਹੈ। ਮੈਂ ਦੋ ਗੱਲਾਂ ਹੋਰ ਇੱਥੇ ਕਵਾਂਗਾ ਜੀ, ਸਿਰਫ 1 ਮਿੰਟ ਵਾਸਤੇ। ਇਹ 2-3 ਤਰ੍ਹਾਂ ਦੇ ਵਿਕਾਰ ਹੁੰਦੇ ਹਨ ਜੀ। ਅਗਰ ਆਪਾਂ 2 ਤਰ੍ਹਾਂ ਵੀ ਲੈ ਸਕਦੇ ਹਾਂ, 3 ਤਰ੍ਹਾਂ ਦੇ ਵੀ ਲੈ ਸਕਦੇ ਹਾਂ। ਕਿ ਸਭ ਤੋਂ ਪਹਿਲੇ ਵਿਕਾਰ ਜਿਹੜੇ ਸਾਡੇ ਕੋਲ ਸੁੱਤੇ ਸਿੱਧ ਹੋ ਜਾਂਦੇ ਹਨ। ਦੂਸਰੇ ਤਰ੍ਹਾਂ ਦੇ ਹੈ ਕਿ ਜਿਹੜੇ ਅਸੀਂ ਜਾਣ ਬੁੱਝ ਕੇ ਸੋਚੀ ਸਮਝੀ ਸਾਜ਼ਿਸ਼, ਸਾਡੀ ਸੋਚ ਸਮਝ ਕੇ ਉਹ ਵਿਕਾਰ ਨੂੰ ਕਰਦੇ ਹਾਂ। ਤੀਸਰਾ, ਜਦੋਂ ਅਸੀਂ ਉਹ ਵਿਕਾਰ ਕਰਦੇ ਕਰਦੇ ਪੱਕ ਜਾਂਦੇ ਹਾਂ ਤੇ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਇਹ ਵਿਕਾਰ ਨਹੀਂ, ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਤੀਸਰੀ ਤਰ੍ਹਾਂ ਦੇ ਉਹ ਵਿਕਾਰ, ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਮਨ ਨੂੰ ਪਹਿਲੇ ਹੀ ਵਿਕਾਰਾਂ ਤੇ ਹੀ, ਪਹਿਲੀ ਸਟੇਜ ਤੇ ਹੀ ਰੋਕ ਲੈਣਾ ਚਾਹੀਦਾ ਹੈ। ਕਿਉਂਕਿ ਸੰਗਤ ਕਰਦਿਆਂ ਕਰਦਿਆਂ ਮੈਨੂੰ ਲੱਗਿਆ ਹੈ ਕਿ ਮੇਰੇ ਜਿਹੜੇ ਵਿਕਾਰ ਹਨ ਉਹ ਬਹੁਤ ਜ਼ਿਆਦਾ ਘਟ ਰਹੇ ਹਨ। ਅੱਗੋਂ ਤਾਂ ਰੁਕ ਗਏ ਹਨ ਪਰ ਬਹੁਤ ਜ਼ਿਆਦਾ ਘਟ ਰਹੇ ਹਨ। ਵਾਹ ਜੀ, ਬਹੁਤ ਸਾਰੀ ਸੰਗਤ ਅੱਜ, ਬੜੇ ਪਿਆਰੇ ਪਿਆਰੇ ਵੀਰ ਭੈਣ ਬੱਚੇ ਅੱਜ ਸੰਗਤ ਵਿੱਚ ਹਨ ਜੀ। ਹਾਂ ਜੀ, ਵਾਹ ਜੀ ਵਾਹ। ਸਭ ਤੋਂ ਪਹਿਲਾਂ ਪ੍ਰਭਲੀਨ ਕੌਰ ਜੀ, ਬਹੁਤ ਪਿਆਰਾ ਬੱਚਾ ਹੈ, ਬੜੇ ਸੋਹਣੇ ਵਿਚਾਰ ਦਿੰਦਾ ਹੈ। ਆਓ ਜੀ ਪ੍ਰਭਲੀਨ ਜੀ। ਹਾਂਜੀ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਵਿਕਾਰ ਨੇ ਇਹ ਅਸੀਂ ਜਾਣ ਬੁੱਝ ਕੇ ਕਰਦੇ ਆਂਗੇ। ਜਿਵੇਂ ਕੋਈ ਆਪਣੇ ਤੋਂ ਜ਼ਿਆਦਾ ਵਧੀਆ ਕੱਪੜੇ ਪਾ ਲੈਂਦਾ ਏ ਤੇ ਸਾਨੂੰ ਜੈਲਸੀ ਹੁੰਦੀ ਹੈ ਕਿ ਅਸੀਂ ਇਹਦੇ ਤੋਂ ਹੋਰ ਵੀ ਵਧੀਆ ਕੱਪੜੇ ਪਾਈਏ, ਤੇ ਇਹ ਇੱਕ ਤਰ੍ਹਾਂ ਦਾ ਵਿਕਾਰ ਹੀ ਹੈ। ਤੇ ਇੱਕ ਜਦੋਂ ਕੋਈ ਵਧੀਆ ਖਾਣਾ ਖਾਂਦਾ ਏ ਤੇ ਸਾਡਾ ਵੀ ਮਨ ਲਲਚਾਉਂਦਾ ਏ ਕਿ ਮੈਂ ਵੀ ਇਹ ਖਾਣਾ ਖਾਵਾਂ ਜਾਂ ਇਸ ਤੋਂ ਵਧੀਆ ਹੋਰ ਖਾਵਾਂ। ਜੇ ਕਿਸੇ ਕੋਲੇ ਜ਼ਿਆਦਾ ਪੈਸੇ ਆ ਜਾਂਦੇ ਆ ਤਾਂ ਸਾਨੂੰ ਐਂ ਹੁੰਦਾ ਏ ਕਿ ਅਸੀਂ ਇਸ ਤੋਂ ਵੀ ਵੱਧ ਕਮਾਈਏ, ਇਸ ਤੋਂ ਵੱਧ ਐਸ਼ਾਂ ਮਾਣੀਏ। ਤੇ ਇਹ ਇੱਕ ਤਰ੍ਹਾਂ ਦੇ ਵਿਕਾਰ ਹੀ ਨੇ, ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ, ਕਿਸੇ ਤੋਂ ਜੈਲਸੀ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਲੀਨ ਜੀ, ਤੁਸੀਂ ਸਾਨੂੰ ਪ੍ਰੋਬਲਮ ਤਾਂ ਦੱਸੀ, ਉਹਦਾ ਸੋਲੂਸ਼ਨ ਵੀ ਦੱਸੋ ਜੀ, ਕਿੱਦਾਂ ਬਚੀਏ ਅਸੀਂ? ਸਾਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਏ, ਜਾਂ ਫਿਰ ਇਹਨਾਂ ਚੀਜ਼ਾਂ ਬਾਰੇ ਸੋਚਣਾ ਘੱਟ ਚਾਹੀਦਾ ਏ, ਤਾਂ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਮਤਲਬ ਸਾਨੂੰ ਵਧੀਆ ਖਾਣੇ ਖਾਣੇ ਚਾਹੀਦੇ ਨੇ, ਵਧੀਆ ਕੱਪੜੇ ਪਾਣੇ ਚਾਹੀਦੇ ਨੇ, ਵਧੀਆ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ, ਵਧੀਆ ਕੋਠੀ ਵਧੀਆ ਕਾਰ ਹੋਣੀ ਚਾਹੀਦੀ ਹੈ। ਹੋਣੀ ਤਾਂ ਚਾਹੀਦੀ ਹੈ, ਪਰ ਸਾਨੂੰ ਕਿਸੇ ਤੋਂ ਜੈਲਸੀ ਨਹੀਂ ਕਰਨੀ ਚਾਹੀਦੀ। ਮਤਲਬ ਜਿੰਨੀ ਸਾਡੀ ਸ਼ਮਤਾ ਹੈ ਸਾਨੂੰ ਉਨਾ ਹੀ ਲੈਣਾ ਚਾਹੀਦਾ ਹੈ, ਸਾਨੂੰ ਆਪਣੇ ਆਪ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਵਾਹ, ਕੀ ਬਾਤ ਹੈ ਬੇਟਾ ਜੀ, ਵਾਹ ਜੀ ਵਾਹ। ਕਿ ਸਾਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ, ਜਿੰਨੀ ਸਾਡੀਆਂ ਲੋੜਾਂ ਹਨ ਉਹਨਾਂ ਹੀ ਸਾਨੂੰ ਉਹਦੇ ਵਿੱਚ ਰਹਿਣਾ ਚਾਹੀਦਾ ਹੈ। ਵੈਰੀ ਗੁੱਡ, ਸ਼ਾਬਾਸ਼ ਬੇਟਾ। ਲੋੜਾਂ ਘਟਾਈਏ, ਖੇੜਾ ਵਧੇਗਾ। ਵਾਹ ਜੀ। ਇਹ ਵੀ ਲਿਖ ਦਿਓ ਜੀ ਚੈਟ ਵਿੱਚ, ਆਪਣੀ ਆਪਣੀ ਗਿਆਨ ਗੋਲਕ ਤੁਸੀਂ ਪਹਿਲਾਂ ਆਲਰੇਡੀ ਲਿਖਿਆ ਹੋਇਆ ਹੈ। ਬਹੁਤ ਵਧੀਆ, ਸ਼ਾਬਾਸ਼ ਬੇਟਾ ਪ੍ਰਭਲੀਨ ਕੌਰ ਜੀ। ਹਾਂਜੀ, ਅਮਰਿੰਦਰ ਸਿੰਘ ਜੀ, ਇਹ ਸਾਡੇ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਨੇ ਜੀ। ਵਾਹ ਜੀ, ਬਹੁਤ ਪਿਆਰੀ ਵਿਚਾਰ ਕਰਦੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਵਿਕਾਰਾਂ ਤੇ ਗੱਲ ਹੋ ਰਹੀ ਹੈ। ਮੈਂ ਕਹਿਣਾ ਚਾਹੁੰਦਾ ਵੀ ਕਾਮ ਕ੍ਰੋਧ ਨਕਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਵੀ ਨਾਲ ਕ੍ਰੋਧ ਨਾਲ ਜਦੋਂ ਨਗਰ, ਸਾਡਾ ਸਾਰਾ ਸਰੀਰ ਭਰ ਜਾਂਦਾ ਹੈ, ਉਦੋਂ ਮਿਲ ਸਾਧੂ ਖੰਡਲ ਖੰਡਾ ਹੈ। ਸਾਧੂ ਦਾ ਮਤਲਬ ਇੱਥੇ ਗੁਰੂ ਹੈ। ਵੀ ਜਦੋਂ ਅਸੀਂ ਗੁਰੂ ਨਾਲ ਮਿਲਦੇ ਹਾਂ, ਗੁਰੂ ਦੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹ ਕੇ ਉਸਨੂੰ ਆਪਣੇ ਜੀਵਨ ਵਿੱਚ ਲਿਆਉਂਦੇ ਹਾਂ, ਫਿਰ ਸਾਡੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੋਰ ਬਹੁਤ ਸਾਰੇ ਵਿਕਾਰ ਸਾਡੇ ਦੂਰ ਹੋ ਜਾਂਦੇ ਨੇ। ਇਸ ਕਰਕੇ ਜਦੋਂ ਵੀ ਤੁਹਾਨੂੰ ਲੱਗੇ ਵੀ ਹੁਣ ਮੇਰੇ ਵਿੱਚ ਵਿਕਾਰ ਆਉਣਗੇ, ਉਸ ਤੋਂ ਪਹਿਲਾਂ ਹੀ ਤੁਸੀਂ, ਵੈਸੇ ਤੇ ਹਮੇਸ਼ਾ ਪੜ੍ਹਨੀ ਹੈ, ਪਰ ਉਸ ਤੋਂ ਪਹਿਲਾਂ ਬਾਣੀ ਨੂੰ ਵਾਚਣ ਲੱਗ ਜਾਓ ਵੀ ਇਹਨੂੰ ਮੈਂ ਆਪਣੇ ਜੀਵਨ ਵਿੱਚ ਅਪਣਾ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਮਰਿੰਦਰ ਜੀ, ਇਹ ਪਹਿਲਾਂ ਤੁਸੀਂ ਸਾਨੂੰ ਦੱਸੋ ਜੀ, ਇੰਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਵਿਚਾਰ ਤੁਹਾਡੇ ਕੋਲ ਕਿਵੇਂ ਹੈ ਕਿ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਵਿਚਾਰ ਆਪਣੇ ਵਿਕਾਰ ਜਿਹੜੇ ਆ ਉਹਨਾਂ ਨੂੰ ਵਾਚ ਕਰਨਾ ਚਾਹੀਦਾ ਹੈ, ਪਹਿਲਾਂ ਹੀ ਪਕੜ ਕੇ ਉਹਨਾਂ ਨੂੰ ਦਬਾ ਦੇਣਾ ਚਾਹੀਦਾ ਹੈ।
ਇੰਨੀ ਛੋਟੀ ਉਮਰ ਵਿੱਚ ਤੁਸੀਂ ਇਹ ਇੰਨੇ ਵੱਡੇ ਪੜਾਅ ਤੇ ਕਿਵੇਂ ਪਹੁੰਚੇ ਜੀ? ਤੇ ਵੀਰ ਜੀ ਮੇਰੀਆਂ ਨਾ ਕਲਾਸਾਂ ਲੱਗਦੀਆਂ ਨੇ ਮੇਰੇ ਨਾਲ ਦੇ ਪਿੰਡ ਮੰਗੇਵਾਲ ਵਿਖੇ ਅਮਰਜੀਤ ਸਿੰਘ ਜੀ ਮੰਗੇਵਾਲ ਨੇ, ਇੱਕ ਪ੍ਰਚਾਰਕ ਨੇ, ਉਹ ਮੇਰੀ ਕਲਾਸ ਲਾਉਂਦੇ। ਵਾਹ ਜੀ। ਪਰ ਮੈਨੂੰ ਤਾਂ ਲੱਗ ਰਿਹਾ ਜਿਹੜੀ ਕਲਾਸ ਹੈ ਉਹ ਤੁਹਾਡੀ ਗੁਰੂ ਸਾਹਿਬ ਲਾਉਂਦੇ ਨੇ ਜੀ। ਤੁਸੀਂ ਤਾਂ ਪ੍ਰੈਕਟੀਕਲ ਗੱਲਾਂ ਕਰ ਰਹੇ ਹੋ ਵੀ ਆ ਜਿਹੜੇ ਵਿਕਾਰ ਹੈ ਇਹਨਾਂ ਨੂੰ ਗੁਰਬਾਣੀ ਦੂਰ ਕਰ ਸਕਦੀ ਹੈ। ਹਾਂਜੀ ਬਹੁਤ ਪਿਆਰੀ ਵਿਚਾਰ ਬੇਟਾ, ਸ਼ਾਬਾਸ਼। ਜਿਹੜੀ ਤੁਹਾਡੀ ਲਾਈਫ ਹੈ ਨਾ, ਜਿਹੜੀ ਤੁਹਾਡੀ ਉਮਰ ਹੈ, ਉਹਦੇ ਵਿੱਚ ਇੰਨੀ ਵੱਡੀ ਵਿਚਾਰ ਔਰ ਇਸ ਤਰ੍ਹਾਂ ਦੇ ਗੁਰਬਾਣੀ ਦਾ ਘਰ ਘਰ ਜਾਣਾ ਬਹੁਤ ਬਖਸ਼ਿਸ਼ ਵਾਲੀ ਗੱਲ ਹੈ। ਸ਼ਾਬਾਸ਼। ਹਾਂਜੀ, ਮੈਂ ਹਰਮੀਤ ਕੌਰ ਭੈਣ ਜੀ ਨੂੰ ਬੇਨਤੀ ਕਰਾਂਗਾ। ਵਾਹ ਜੀ ਵਾਹ। ਹਾਂਜੀ, ਇਹਨਾਂ ਨੇ ਲਿਖਿਆ, ਗੁਰਵੰਤ ਕੌਰ ਜੀ ਨੇ ਲਿਖਿਆ ਕਿ ਗੁਰੂ ਦੀ ਬਖਸ਼ਿਸ਼ ਹੈ ਜੀ ਇਹਨਾਂ ਤੇ। ਹਾਂ, ਵਰਿੰਦਰ ਸਿੰਘ ਜੀ ਦੇ ਵਾਕਈ ਬਖਸ਼ਿਸ਼ ਹੈ ਜੀ। ਹਾਂਜੀ ਹਰਮੀਤ ਭੈਣ ਜੀ, ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਆਹ, ਇਤਨੇ ਉੱਚ ਦਰਜੇ ਦੀ ਅਵਸਥਾਵਾਂ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਵਿਕਾਰਾਂ ਨਾਲ ਲੜਿਆ ਜਾਏ। ਮੇਰੇ ਵਰਗਾ ਬੰਦਾ ਆਪਣਾ ਕੀਤਾ ਕਛੂ ਨਾ ਹੋਵੇ ਦੇ ਬਾਰੇ ਹੀ ਸੋਚ ਸਕਦਾ ਹੈ ਕਿ ਸੱਚੇ ਪਾਤਸ਼ਾਹ ਇਹ ਵਿਕਾਰਾਂ ਨਾਲ ਮੇਰੀ ਕੀ ਪਾਇਆ ਕਿ ਮੈਂ ਲੜ ਸਕਾਂ। ਆਪ ਜੀ ਹੀ ਬਖਸ਼ਿਸ਼ ਕਰੋ, ਆਪ ਹੀ ਇਸ ਲੜਾਈ ਵਿੱਚ ਜੂਝਣ ਦੀ, ਮਨ ਨੂੰ ਜੂਝਣ ਦੀ ਹਿੰਮਤ ਬਖਸ਼ੋ, ਬਲ ਬਖਸ਼ੋ। ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਅਵਰ ਪੰਚ ਹਮ ਏਕ जना, क्यों राखें घर बार माना। मार रहे हैं, लूटते हैं, किस आगे करी पुकार, इस अगे करनी पुकार। सतगुरु सच्चे पातशाह अकाल पुरख वाहिगुरु अगे, धन गुरु ग्रंथ साहब महाराज सच्चे पातशाह अगे, राख पिता प्रभु मेरे, मोय निर्गुण सगुण तेरे। पंच आदि एक गरीबा, रख नहारे, खेद करहें और बहुत संतावें। आयो शरण तुहारे, आयो शरण तुहारे। शरण विच आन वाली गल तो मैनू भाई साहब भाई जसवीर सिंह जी खन्ने वाले की गल चेते आ गई। किसी महापुरुषों दी गल्लां चेते कराउंदे होंदे सन कि साडे ढैन विच देरी है, ਉਹਦੇ ਬਖਸ਼ਣ ਵਿੱਚ ਨਹੀਂ। ਸਾਨੂੰ ਧੈਨਾ ਹੀ ਨਹੀਂ ਆਉਂਦਾ ਉਹਦੇ ਦਰ ਤੇ, ਸਾਨੂੰ ਉਹਦੀ ਸ਼ਰਨ ਵਿੱਚ ਜਾਣਾ ਨਹੀਂ ਆਉਂਦਾ। ਸੱਚੇ ਪਾਤਸ਼ਾਹ ਰਹਿਮ ਕਰਨ, ਸਾਨੂੰ ਜਾਚ ਸਿਖਾ ਦੇਣ ਕਿ ਉਹਦੇ ਦਰ ਤੇ ਕਿਵੇਂ ਢਈਦਾ। ਫਿਰ ਵਿਕਾਰ ਤੇ ਕੀ, ਮਹਾਰਾਜ ਆਪ ਹੀ ਉਂਗਲ ਫੜ ਕੇ ਇਸ ਭਾਵ ਸਾਗਰ ਤੋਂ ਬਾਹਰ ਕੱਢ ਲੈਣਗੇ। ਵਾਹ ਭੈਣ ਜੀ, ਸਾਨੂੰ ਇਹ ਜਿਹੜੀ ਤੁਸੀਂ ਅੱਜ ਸ਼ਬਦ ਬੋਲਿਆ ਹੈ, ਆਤਮ ਸਮਰਪਣ ਦਾ, ਪੂਰਨ ਆਤਮ ਸਮਰਪਣ ਦਾ, ਸਾਨੂੰ ਇਹਦਾ ਢੰਗ ਵੀ ਦੱਸ ਦਿਓ ਜੀ। ਬੜੀ ਦੇਰ ਹੋ ਗਈ, ਬੜੇ ਸਾਲ ਹੋ ਗਏ, ਬੜੀਆਂ ਕੋਸ਼ਿਸ਼ਾਂ ਕਰ ਲਈਆਂ ਜੀ, ਨਹੀਂ ਹੁੰਦਾ ਜੀ। ਤੁਸੀਂ ਦੱਸੋ ਸਾਨੂੰ ਇਹ ਕਿੱਦਾਂ ਕਰੀਏ ਜੀ? मैं मूर्ख की केतक बात है जी, कोट पर आधी तरे अरे। वाह जी। मेरे बादशाह दी बाणी लबा लब है। इन्हीं चीज़ां तो बचन दा सतगुरु ने सानू उपा दस्या है। अज कबीर जी भी यही दस रहे ने, परदेसी कह घागर चौदिस लागी यार, खिंथा जल कोयला पई, तागे आंच ना लाग। बस सतगुरु अगे अरदास करिए, जोदड़ी करिए। जद भी महसूस होवे कि विकार साडे उत्ते हावी हो रहे हैं, सतगुरु अगे अरदासां, जोदड़ियां, बेनतियां करिए। सतगुरु शाह साहब, सतगुरु सच्चे पातशाह आप ही बल बख्शते ने, आप ही इन्हां चीज़ां चों बाहर कढ लैंदे ने जी। ओ ऐसा भरोसा है, आप ही बना देंगे। ਵਾਹ ਜੀ, ਬਹੁਤ ਸੋਹਣੇ ਵਿਚਾਰ ਚੈਟ ਵਿੱਚ ਵੀ ਆ ਰਹੀ ਹੈ ਜੀ ਕਿ ਜਦੋਂ ਵੀ ਕੁਝ ਇਦਾਂ ਦਾ ਦਿਮਾਗ, ਇਦਾਂ ਦੀ ਗੱਲ ਦਿਮਾਗ ਵਿੱਚ ਆਵੇ ਤਾਂ ਮਾਈਂਡ ਡਾਇਵਰਟ ਕਰੋ, ਉਸੇ ਵਕਤ ਚੇਂਜ ਯੂਰ ਵਰਕ ਔਰ ਥਾਟ ਐਟ ਇਨਸਟੈਂਟ। ਵਾਹ ਜੀ, ਬੜਾ ਵਧੀਆ ਸੋਲੂਸ਼ਨ ਹੈ ਜੀ ਇਹ ਵੀ, ਗੁਰੂ ਦੀ ਬਖਸ਼ਿਸ਼। ਵਾਹ ਜੀ ਵਾਹ, ਬਹੁਤ ਏਕਤਾ ਕੌਰ ਜੀ ਨੇ ਬੜਾ ਸੋਹਣਾ ਵਿਚਾਰ ਦਿੱਤਾ ਹੈ। ਸਰੈਂਡਰਿੰਗ ਯੋਰਸੈਲਫ ਟੂ ਗੁਰੂ ਸਾਹਿਬ,
वाह जी। सिलेंडरिंग बड़ी मुश्किल है जी, ये वाली अवस्था बड़ी देर होगी कोशिश करदिਆਂ ਨੂੰ। शाबाश बेटा, ਤੁਸੀਂ ਏਕਤਾ ਜੀ ਸਾਨੂੰ ਇਹ ਜ਼ਰੂਰ ਦੱਸਿਓ ਵੀ ਇਹ ਸਿਲੰਡਰਿੰਗ ਜਾਂ ਸਮਰਪਣ ਅਸੀਂ ਕਿੱਦਾਂ ਕਰ ਸਕਦੇ ਹਾਂ ਜੀ। ਬਹੁਤ ਵਧੀਆ ਜੀ। ਪ੍ਰਵਿੰਦਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਣ ਜੀ, ਸਾਨੂੰ ਉਹ ਵੀ ਕੋਈ ਸ਼ਬਦ ਕੋਈ ਵਿਚਾਰ ਅੱਗੇ ਦੱਸਣ ਜੀ। ਹਾਂਜੀ ਪ੍ਰਵਿੰਦਰ ਵੀਰ ਜੀ। ਵਾਹਿਗੁਰੂ ਜੀ, ਅੱਜ ਸੁਣਦੇ ਹਾਂ ਜੀ, ਸੰਗਤ ਬਹੁਤ ਵਧੀਆ ਵਿਚਾਰ ਕਰ ਰਹੀ ਹੈ, ਸਾਰੇ ਬੱਚੇ ਸੁਣਦੇ ਆ। ਵਾਹ ਜੀ। ਕਹਿੰਦੇ ਜੀ ਪੰਚ ਸਤਾਵੈ ਦੂਤ ਕਵਨ ਬਿਦ ਮਾਰੀਐ, ਈਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਆਹਾ ਵਾਹ ਜੀ। हाँ जी, हाँ ਸਰੈਂਡਰ ਕਰਨਾ ਜੀ। ਦਿਵਜੋਤ ਜੀ ਕਹਿ ਰਹੇ ਜੀ, ਆਓ ਜੀ ਦਿਵਜੋਤ ਜੀ ਸਾਨੂੰ ਦੱਸੋ ਕਿਵੇਂ ਸਰੈਂਡਰ ਕਰੀਏ। ਫਿਰ ਉਸ ਤੋਂ ਬਾਅਦ ਅਮਰਜੀਤ ਭੈਣ ਜੀ ਦਾ ਹੈਂਡ ਰੇਜ਼ ਹੈ ਜੀ, ਉਹਨਾਂ ਦੇ ਵਿਚਾਰ ਸੁਣਦੇ ਆ। ਹਾਂਜੀ ਦਿਵਜੋਤ ਜੀ ਹੈਗੇ ਜੀ। ਹਾਂਜੀ ਵਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਬਿਲਕੁਲ ਜੀ, ਮੈਂ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰ ਸਕਦੇ ਹਾਂ। ਤੇ ਮੈਨੂੰ ਇਹ ਲੱਗਦਾ ਗੁਰੂ ਸਾਹਿਬ, ਜਿਵੇਂ ਆਂਟੀ ਜੀ ਨੇ ਕਿਹਾ, ਬੜਾ ਪਿਆਰ ਨਾਲ ਰੋਜ਼ ਅਰਦਾਸਾਂ ਕਰੀਏ, ਸ਼ਬਦ ਪੜ੍ਹੀਏ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਗੁਰੂ ਸਾਹਿਬ ਅੱਗੇ ਐਸੀ ਅਰਦਾਸਾਂ ਕਰੀਏ। ਵਾਕਈ ਜਿਵੇਂ ਤੁਸੀਂ ਕਿਹਾ, ਜਿਸ ਦਿਨ ਅਸੀਂ ਬਿਲਕੁਲ ਆਪਣੇ ਆਪ ਨੂੰ ਗੁਰੂ ਦੇ ਅੱਗੇ ਢਹਿ ਪਈਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਾਹਿਬ ਨੂੰ ਰੋਜ਼ ਕਹੀਏ ਕਿ ਗੁਰੂ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਗੁਰੂ ਸਾਹਿਬ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਬਾਕੀ ਸਾਡੀ ਬਾਂਹ ਫੜੀ ਰੱਖੋ, ਫੜੀ ਰੱਖੋ, ਫੜੀ ਰੱਖੋ। ਆਈ ਥਿੰਕ ਨਿਰੰਤਰ ਅਰਦਾਸ ਹੀ ਸਾਨੂੰ ਗੁਰੂ ਸਾਹਿਬ ਕੋਲ ਅੱਗੇ ਲੈ ਕੇ ਜਾਏਗੀ, ਹੋਰ ਕੋਈ ਜ਼ਰੀਆ ਨਹੀਂ ਹੈਗਾ। ਅਰਦਾਸ, ਉਹਦਾ ਸਿਮਰਨ, ਜਦੋਂ ਤੱਕ ਅਸੀਂ ਅੰਦਰ ਮਨ ਵਿੱਚ ਡੂੰਘੀ ਪ੍ਰੀਤ ਨਹੀਂ ਪਾ ਸਕਦੇ, ਆਈ ਥਿੰਕ ਜਿਹੜਾ ਆਪਾਂ ਸਮਰਪਣ ਕਰ ਦਾਂਗੇ ਤਾਂ ਹੀ ਸਾਡੀ ਅਰਦਾਸ ਵੀ ਕਬੂਲ ਤਾਂ ਹੀ ਹੋਏਗੀ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸਰੈਂਡਰ ਕਰਾਂਗੇ। ਜਿਹਦੇ ਤੱਕ ਜੇ ਸਾਨੂੰ ਭਰੋਸਾ ਨਹੀਂ ਹੋਏਗਾ, ਜੇ ਸਾਡੀ ਅਰਦਾਸ ਦੇ ਵਿੱਚ ਦਾ ਭਰੋਸਾ ਨਹੀਂ ਹੋਏਗਾ ਤਾਂ ਉਹਦਾ ਕੋਈ ਫਾਇਦਾ ਨਹੀਂ। ਜਦੋਂ ਤੱਕ ਪੂਰੀ ਆਪ ਕਰਕੇ ਗੁਰੂ ਸਾਹਿਬ ਮੇਰਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰ ਸੰਗ ਕੀਰੇ ਹਮ ਥਾਪੇ। ਆਈ ਥਿੰਕ ਅਰਦਾਸਾਂ ਕਰਦੇ ਰਹੀਏ, ਗੁਰੂ ਸਾਹਿਬ ਸਾਰਿਆਂ ਤੇ ਬਖਸ਼ਿਸ਼ ਕਰਨ, ਸਾਨੂੰ ਆਪਣੀ ਸ਼ਰਨ ਵਿੱਚ ਸਦਾ ਲਈ ਲੈ ਲੈਣ। ਵਾਹ ਜੀ। ਦਿਵਜੋਤ ਜੀ ਨੇ ਬੜਾ ਵਧੀਆ ਫਾਰਮੂਲਾ ਦੱਸਿਆ ਜੀ। ਪਹਿਲਾਂ ਵੀ ਇੱਕ 25 ਮਿੰਟ ਵਾਲਾ ਫਾਰਮੂਲਾ ਦੱਸਿਆ ਸੀ, ਅੱਜ ਵੀ ਇਹਨਾਂ ਨੇ ਦੋ ਸਾਨੂੰ 35 ਦੇ ਪਹਿਲੇ ਦੋ ਅੱਖਰ ਦਿੱਤੇ ਨੇ ਜੀ, ਊੜਾ ਤੇ ਐੜਾ। ਊੜਾ ਮਤਲਬ ਇਹਨਾਂ ਨੇ ਕਿਹਾ ਉਦਮ, ਲਗਾਤਾਰ ਉਦਮ ਕਰਦੇ ਰਹੀਏ, ਆਪਣੇ ਵਿਕਾਰਾਂ ਨੂੰ ਰੋਕਦੇ ਰਹੀਏ, ਗੁਰੂ ਸਾਹਿਬ ਨੂੰ ਸਰੈਂਡਰ ਕਰਦੇ ਰਹੀਏ, ਇਹ ਸਾਡਾ ਉਦਮ ਹੋਣਾ ਚਾਹੀਦਾ। ਐੜਾ, ਵਾਹ ਜੀ, ਐੜਾ ਸਾਨੂੰ ਅਰਦਾਸ, ਲਗਾਤਾਰ ਅਰਦਾਸ ਕਰਨੀ ਚਾਹੀਦੀ ਹੈ। ਬਹੁਤ ਪਿਆਰੀ ਵਿਚਾਰ ਜੀ। ਦਿਵਜੋਤ ਜੀ ਸਾਨੂੰ ਜ਼ਰੂਰ ਆ ਕੇ ਦਰਸ਼ਨ ਦਿਆ ਕਰੋ, ਇਹ ਜਿਹੇ ਵਿਚਾਰ ਸਾਨੂੰ ਦਿੰਦੇ ਰਿਹਾ ਕਰੋ, ਤਾਂ ਕਿ ਅਸੀਂ ਸਾਰਾ ਦਿਨ ਜਿਹੜੇ ਤੁਸੀਂ ਉਦਮ ਤੇ ਅਰਦਾਸ ਕਿਹਾ ਨਾ, ਉਹ ਕਰਦੇ ਰਹੀਏ ਹਮੇਸ਼ਾ। ਵਾਹ ਜੀ, ਧੰਨਵਾਦ ਜੀ। ਭੈਣ ਜੀ ਗੁਰਵੰਤ ਜੀ ਲਿਖਦੇ ਨੇ, ਅੰਮ੍ਰਿਤ ਵੇਲਾ ਸੰਭਾਲਣ ਦੇ ਨਾਲ ਔਰ ਅਰਦਾਸ ਦੇ ਨਾਲ। ਬਹੁਤ ਵਧੀਆ ਜੀ। ਮੈਨੂੰ ਲੱਗਦਾ ਹੈ ਕਿ ਜਿਹੜੇ ਵੀਰ ਭੈਣ ਅੰਮ੍ਰਿਤ ਵੇਲਾ ਸੰਭਾਲਦੇ ਹਨ, ਅੰਮ੍ਰਿਤ ਵੇਲੇ ਆਪਣੀ ਸਿਮਰਨ, ਨਿਤਨੇਮ, ਸੁਖਮਨੀ ਸਾਹਿਬ, ਸਹਿਜ ਪਾਠ ਕਰਦੇ ਹਨ ਜਾਂ ਸੰਗਤ ਕਰਦੇ ਹਨ, ਹਾਂ ਉਹ ਜ਼ਰੂਰ ਵਿਕਾਰਾਂ ਤੋਂ ਬਚ ਜਾਂਦੇ ਹਨ। ਸੱਚੇ ਪਾਤਸ਼ਾਹ ਉਹਨਾਂ ਨੂੰ ਸਾਰਾ ਦਿਨ ਇਹਨਾਂ ਵਿਕਾਰਾਂ ਤੋਂ, ਜੋ ਅਸੀਂ ਗੱਲ ਕਰ ਰਹੇ ਹਾਂ, ਰੋਕ ਲੈਂਦੇ ਹਨ। ਮੈਂ ਬੇਦੀ ਨੂੰ ਬੇਨਤੀ ਕਰਾਂਗਾ ਕਿ ਹਾਲੇ ਟਾਈਮ ਹੈਗਾ। ਮਨਮੀਤ ਜੀ ਅਗਲਾ ਸ਼ਲੋਕ ਵੀ ਪੜ੍ਹ ਲਈਏ ਜੀ। ਤਰਨਜੀਤ ਜੀ ਬਹੁਤ ਸੋਹਣਾ ਲਿਖ ਰਹੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਹਾਂ ਪਹਿਲਾਂ ਅਮਰਜੀਤ ਭੈਣ ਜੀ ਦੇ ਵਿਚਾਰ ਸੁਣ ਲਈਏ ਜੀ, ਉਹਨਾਂ ਦਾ ਹੈਂਡ ਰੇਸ ਸੀ। ਆਓ ਜੀ ਅਮਰਜੀਤ ਭੈਣ ਜੀ, ਬਹੁਤ ਪਿਆਰੀ ਵਿਚਾਰ ਜੀ। ਇਹਨਾਂ ਨੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਦੀ ਵਿਚਾਰ ਸਾਨੂੰ ਸੁਣਾਈ ਸੀ ਕੱਲ। ਆਓ ਜੀ ਅਮਰਜੀਤ ਭੈਣ ਜੀ। ਵਾਹਿਗੁਰੂ ਜੀ। ਭੈਣ ਜੀ ਆਵਾਜ਼ ਨਹੀਂ ਆ ਰਹੀ ਜੀ। ਆਪਣਾ ਵੀਡੀਓ। ਵਾਹਿਗੁਰੂ ਜੀ ਕੀ ਫਤਿਹ।
हेलो, वाहिगुरु जी का खालसा, वाहिगुरु जी की फतेह जी। आ रही है आवाज जी? हाँ जी, हाँ जी, आ रही जी। ਹਾਂਜੀ ਵੀਰ ਜੀ, ਵਿਕਾਰਾਂ ਦੀ ਗੱਲ ਚੱਲ ਰਹੀ ਹੈ ਤੇ ਹੋਮੇ ਵੀ ਸਾਡਾ ਸਭ ਤੋਂ ਵੱਡਾ ਵਿਕਾਰ ਹੈ। ਅਸੀਂ ਹਰ ਚੀਜ਼ ਦੀ ਹੋਮੇ ਕਰਦੇ ਹਾਂ। ਹੋਮੇ ਤਾਂ ਅਸੀਂ ਤਾਂ ਕਰੀਏ ਜੇ ਸਾਰਾ ਕੁਝ ਸਾਡਾ ਹੈ। ਨਾ ਤੇ ਇਹ ਸਰੀਰ ਸਾਡਾ ਹੈ, ਨਾ ਇਹ ਘਰ ਸਾਡਾ ਹੈ, ਇਹ ਨਾ ਇਹ ਕੋਈ ਵਸਤਾਂ ਸਾਡੀਆਂ ਨੇ। ਇਹ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ, ਉਸ ਵਾਹਿਗੁਰੂ ਦਾ ਦਿੱਤਾ ਹੋਇਆ। ਜਿਵੇਂ ਅਸੀਂ ਆਪਣੇ ਘਰ ਦੀ ਬੈਲ ਮਾਰਦੇ ਹਾਂ, ਜਦੋਂ ਅਸੀਂ ਸ਼ੁਕਰਾਨੇ 'ਚ ਆ ਜਾਵਾਂਗੇ ਨਾ ਤੇ ਸਾਨੂੰ ਇਹ ਸਾਡੇ ਅੰਦਰੋਂ ਇਹ ਚੀਜ਼ਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਜਿਵੇਂ ਅਸੀਂ ਘਰ ਦੀ ਬੈਲ ਮਾਰਦੇ ਹਾਂ, ਅਸੀਂ ਤਾਂ ਵੀ ਸ਼ੁਕਰ ਕਰੀਏ। ਜਦੋਂ ਅਸੀਂ ਆਪਣੇ ਸ਼ੀਸ਼ੇ 'ਚ ਆਪਣੀ ਸ਼ਕਲ ਦੇਖਦੇ ਹਾਂ ਤਾਂ ਵੀ ਅਸੀਂ ਸ਼ੁਕਰ ਕਰੀਏ। ਜੇ ਸਾਨੂੰ ਇਹ ਇੰਨੀ ਅੱਛੀ ਸੰਗਤ ਮਿਲੀ ਹੈ ਤਾਂ ਵੀ ਅਸੀਂ ਸ਼ੁਕਰ ਕਰੀਏ। ਸਾਨੂੰ ਇਹ ਜਦੋਂ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਅਸੀਂ ਸ਼ੁਕਰਾਨੇ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਹਾਂ। ਸਾਡੇ ਅੰਦਰੋਂ ਇਹ ਵਿਕਾਰ ਨਿਕਲਣੇ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਆ। ਹੌਲੀ ਹੌਲੀ ਇਹ ਵਿਕਾਰ ਆਪਣੇ ਆਪ ਨਿਕਲਣੇ ਸ਼ੁਰੂ ਹੋ ਜਾਂਦੇ ਆ। ਵਾਹਿਗੁਰੂ ਜੀ, ਵਾਹਿਗੁਰੂ। ਵਾਹ ਜੀ ਵਾਹ ਭੈਣ ਜੀ, ਬਹੁਤ ਸੋਹਣੇ ਵਿਚਾਰ ਜੀ। ਜਿਹੜੀ ਇਹ ਬੈਲ, ਹਾਂਜੀ, ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ, ਇੱਕ ਵਾਹਿਗੁਰੂ ਦਾ ਨਾਮ ਹੀ ਹੈ ਜੋ ਸਿਰਫ ਸਾਡਾ ਹੈ, ਜੋ ਅਸੀਂ ਆਪਣੇ ਅੰਦਰ ਦੇ ਅੰਦਰ ਵਿਸਾ ਕੇ ਰੱਖੀਏ। ਪਰ ਜਿਹੜੀ ਤੁਸੀਂ ਬੈਲ ਦੀ ਗੱਲ ਕੀਤੀ ਹੈ ਨਾ ਜੀ, ਹਾਂਜੀ ਹਾਂਜੀ, ਉਹ ਜਿਹੜੀ ਬੈਲ ਨਾਲ ਤੁਸੀਂ ਵਿਕਾਰਾਂ ਨੂੰ ਰੋਕਦੇ ਹੋ, ਬੈਲ ਸਾਨੂੰ ਸਾਰਿਆਂ ਨੂੰ ਦੇ ਦਿਓ ਜੀ। ਵਾਹਿਗੁਰੂ ਜੀ, ਹਾਂ, ਕਿ ਅਸੀਂ ਵੀ ਉਹ ਬੈਲ ਵਜਾਇਆ ਕਰੀਏ, ਕਿਉਂਕਿ ਸਾਡੇ ਅੰਦਰ ਹਉਮੈ ਜਿਹੜੀ ਹੈ ਉਹ ਅਸੀਂ 10 ਮਿੰਟ ਪਹਿਲਾਂ ਆਪਣੇ ਆਪ ਨੂੰ ਰੋਕਦੇ ਹਾਂ ਤੇ 10 ਮਿੰਟ ਬਾਅਦ ਸਾਡੀ ਫਿਰ ਉਹ ਡਬਲ ਸਾਡੇ ਸਾਹਮਣੇ ਖੜੀ ਹੁੰਦੀ ਹੈ। ਪਰ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਲਾਂਗੇ, ਹਰ ਵੇਲੇ ਵਾਹਿਗੁਰੂ ਦਾ ਉਸਨੂੰ ਯਾਦ ਕਰਾਂਗੇ, ਤੇ ਜਦੋਂ ਅਸੀਂ ਸ਼ੁਕਰਾਨੇ ਹਰ ਚੀਜ਼ ਦੇ ਸ਼ੁਕਰਾਨੇ ਕਰਨੇ ਸ਼ੁਰੂ ਕਰਦੇ ਹਾਂ ਨਾ, ਤੇ ਸਾਡੇ ਹਉਮੈ ਜਿਹੜੀ ਆ ਉਹ ਆਪਣੇ ਆਪ ਥੋੜੀ ਥੋੜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਆਪੇ ਵਿਕਾਰ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਹਾਂਜੀ, ਬਹੁਤ ਵਧੀਆ ਵਿਚਾਰ ਜੀ, ਕਿ ਹਮੇਸ਼ਾ ਸ਼ੁਕਰਾਨੇ ਵਿੱਚ ਰਹੀਏ। ਉਹ ਇੱਕ ਹਾਂਜੀ ਹਾਂਜੀ, ਹਾਂ, ਉਹ ਇੱਕ ਗੱਲ ਕਹਿੰਦੇ ਹੁੰਦੇ ਨਾ, ਕਾਊਂਟ ਯੋਰ ਬਲੈਸਿੰਗਸ। ਵਾਹ ਜੀ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਵਾਹ ਜੀ, ਆਪਣੀ ਮਿਹਰ ਕਰ ਸਭੇ ਜੀ ਸਮਾਰ। ਕਹਿੰਦੇ ਜੀ ਨਿਮਰਤਾ ਰੱਖਣ ਨਾਲ ਵਿਕਾਰ ਘਟ ਜਾਂਦੇ ਹਨ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਭੈਣ ਜੀ ਅਮਰਜੀਤ ਕੌਰ ਜੀ ਨੇ ਬੜਾ ਵਧੀਆ ਸਾਨੂੰ ਫਾਰਮੂਲਾ ਦੱਸਿਆ ਜੀ। ਮੈਂ ਤੁਹਾਡੇ ਲਈ ਦਿੱਤੀ ਹੋਈ ਬੈਲ ਹਮੇਸ਼ਾ ਆਪਣੇ ਕੋਲ ਰੱਖਾਂਗਾ ਜੀ, ਔਰ ਕੋਸ਼ਿਸ਼ ਕਰਾਂਗਾ ਕਿ ਜਦੋਂ ਇਹ ਹਉਮੈ ਜਾਂ ਕੋਈ ਹੋਰ ਵਿਕਾਰ ਸਾਨੂੰ ਤੰਗ ਕਰੇ, ਉਹ ਬੈਲ ਸਾਡੇ ਅੰਦਰ ਵੱਜ ਜਾਣੀ ਚਾਹੀਦੀ ਹੈ। ਵਾਹ ਜੀ, ਬਹੁਤ ਪਿਆਰੀ ਵਿਚਾਰ ਜੀ। ਅਗਲਾ ਵੀ ਬਿਲਕੁਲ ਸੇਮ ਸ਼ਲੋਕ ਇਹਦੇ ਨਾਲ ਦਾ ਹੀ ਹੈ ਜੀ, ਉਹ ਵੀ ਵਿਚਾਰ ਲਈਏ। ਹਾਂਜੀ ਮਨਮੀਤ ਬੇਟਾ ਜੀ, ਉਹ ਵੀ ਫਟਾਫਟ ਕਰ ਲਈਏ ਜੀ। सिंथा जल कोयला पई, खापर कूड मकूड, जोगी मकुड़ा खेलियो, आसन रही विपूत। कबीर खिंथा जल कोयला पई, खापर कूट मकूट, जोगी मकुड़ा खेलियो, आसन रही विपूत। खापर भाव खप्पर जिस ਦਰ ਤੋਂ ਆਟਾ ਮੰਗਦਾ ਹੈ। ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾ ਵਿੱਚ ਖੁਆਰ ਹੁੰਦਾ ਫਿਰਦਾ। ਕੂਟ ਮਕੂਟ ਭਾਵ ਟੋਟੇ ਟੋਟੇ ਹੋ ਗਏ, ਬੇਅੰਤ ਵਾਸ਼ਨਾ ਪਿੱਛੇ ਦੌੜ ਭੱਜ ਕਰਨ ਲੱਗ ਪਏ। ਬਕੂੜਾ ਭਾਵ ਵਿਚਾਰਾਂ ਮੰਦਭਾਗੀ, ਜਿਸ ਨੇ ਇਸ ਜਨਮ ਫੇਰੀ ਵਿੱਚ ਕੁਝ ਵੀ ਨਾ ਖਟਿਆ। ਖੇਲਿਓ ਭਾਵ ਖੇਡ ਉਜਾੜ ਗਿਆ, ਬਾਜੀ ਹਾਰ ਗਿਆ। ਆਸਨ ਭਾਵ ਆਸਨ ਉੱਤੇ ਕਿਸ ਦੇ ਪੱਲੇ। ਵਿਭੂਤ ਭਾਵ ਸੁਆਹ ਖੇ ਖੁਆਰੀ। ਏ ਕਬੀਰ, ਵਿਕਾਰਾਂ ਦੀ ਅੱਗ ਵਿੱਚ ਪੈ ਕੇ ਇਸ ਬਦ ਨਸੀਬ ਜੀਵ ਜੋਗੀ ਦੀ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ ਹੈ। ਇਸ ਦਾ ਮਨ ਖੱਪਰ ਦਰ ਦਰ ਤੋਂ ਵਾਸਨਾ ਦੀ ਪਿੱਛਿਆ ਹੀ ਇਕੱਠੀ ਕਰਦਾ ਰਿਹਾ। ਉਹ ਮੰਦਭਾਗੀ ਜੀਵ ਜੋਗੀ ਮਨੁੱਖਾਂ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ। ਉਸ ਦੇ ਪੱਲੇ ਖੇ ਖੁਆਰੀ ਹੀ ਪੈਂਦੀ। ਵਾਹਿਗੁਰੂ ਜੀ,
ਸੋ ਸਾਨੂੰ ਇਹ ਵਾਲੇ ਸ਼ਲੋਕ ਦੇ ਵਿੱਚ ਜੀ ਕੀ ਸਮਝਾਉਂਦੇ ਨੇ ਕਬੀਰ ਜੀ, ਸਾਨੂੰ ਇਹ ਕਹਿੰਦੇ ਹੈ ਕਿ ਅਸੀਂ ਉਸ ਜੋਗੀ ਦੀ ਤਰ੍ਹਾਂ ਹਾਂ ਜਿਸ ਦੀ ਗੋਦੜੀ ਵਿਕਾਰ ਇਕੱਠੇ ਕਰ ਕਰਕੇ ਸੜ ਕੇ ਕੋਲਾ ਬਣ ਗਈ ਹੈ। ਸਾਨੂੰ ਇਹ ਹੁੰਦਾ ਹੈ ਕਿ ਮੈਂ ਇਹ ਵੀ ਇਕੱਠਾ ਕਰ ਲਵਾਂ, ਉਹ ਵੀ ਇਕੱਠਾ ਕਰ ਲਵਾਂ, ਸਾਡੀਆਂ ਵਾਸ਼ਨਾਵਾਂ। ਮਨੁੱਖਾ ਜਨਮ ਬੜਾ ਵਡਮੁੱਲਾ ਜਨਮ ਹੈ, ਪਰ ਅਸੀਂ ਆਪਣਾ ਜਨਮ ਵਿਅਰਥ ਗਵਾ ਬੈਠਦੇ ਹਾਂ ਕਿਉਂਕਿ ਸਾਡੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਹਨ, ਬੁਰਾਈਆਂ, ਵਾਸ਼ਨਾਵਾਂ। ਇਹ ਦੇਹੀ ਸਾਨੂੰ ਪ੍ਰਭੂ ਪ੍ਰਾਪਤੀ ਲਈ ਮਿਲੀ ਸੀ, ਜਿਵੇਂ ਗੁਰਬਾਣੀ ਕਹਿੰਦੀ ਹੈ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਾਡੀ ਹਾਲਤ ਉਸ ਜੋਗੀ ਵਰਗੀ ਹੈ ਜਿਸ ਦਾ ਮਨ ਵਿਕਾਰਾਂ ਨਾਲ ਤਾਂ ਸੜੀ ਗਿਆ ਹੈ। ਖੈਰ ਸਰੀਰ ਵੀ ਸੜ ਹੀ ਜਾਏਗਾ। ਸਾਨੂੰ ਨਹੀਂ ਪਤਾ ਕਿ ਸਾਨੂੰ ਇਹ ਵਡਮੁੱਲਾ ਜੀਵਨ ਦੁਬਾਰਾ ਮਿਲੇਗਾ ਕਿ ਨਹੀਂ, ਤਾਂ ਅਸੀਂ ਵੱਧ ਤੋਂ ਵੱਧ ਗੁਰਮੁਖਾਂ ਦੀ ਸੰਗਤ ਕਰੀਏ, ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਅਤੇ ਉਸਨੂੰ ਵਿਚਾਰੀਏ ਅਤੇ ਇੱਕ ਵਿਕਾਰਾਂ ਰਹਿਤ ਸਾਦਾ ਜੀਵਨ ਬਤੀਤ ਕਰੀਏ। ਤੇ ਸਾਧ ਸੰਗਤ ਜੀ, ਜਿੰਨੀਆਂ ਸਾਡੀਆਂ ਇੱਛਾਵਾਂ ਘੱਟ ਹੋਣਗੀਆਂ ਉਨਾ ਹੀ ਅਸੀਂ ਉਸ ਪਰਮਾਤਮਾ ਦੇ ਨੇੜੇ ਹੋਵਾਂਗੇ। ਵਾਹ ਵਾਹ ਬੇਟਾ ਜੀ ਵਾਹ। ਤੁਸੀਂ ਤਿੰਨ ਗੱਲਾਂ ਕੀਤੀਆਂ ਨੇ ਜੀ, ਇੱਕ ਤਾਂ ਸਾਦੇ ਜੀਵਨ ਦੀ, ਇੱਕ ਘੱਟ ਇੱਛਾਵਾਂ ਦੀ, ਤੇ ਦੂਸਰਾ ਪਰਮਾਤਮਾ ਦੇ ਨੇੜੇ। ਮਨਮੀਤ ਜੀ, ਮੈਂ ਗੱਲ ਤੁਹਾਡੀ ਮੰਨਦਾ ਹਾਂ ਕਿ ਤੁਹਾਡੇ ਸਾਰੇ ਪਰਿਵਾਰ ਦਾ ਜੀਵਨ ਸਾਦਾ ਹੈ, ਤੁਹਾਡੇ ਸਾਰੇ ਪਰਿਵਾਰ ਦੀਆਂ ਇੱਛਾਵਾਂ ਘੱਟ ਹਨ, ਸਾਰਾ ਪਰਿਵਾਰ ਗੁਰੂ ਸਾਹਿਬ ਨਾਲ ਜੁੜਿਆ ਹੈ। ਬਟ ਇਹ ਜਿਹੜੀ ਖੁਸ਼ਬੂ ਤੁਹਾਡੇ ਕੋਲੋਂ ਸਾਨੂੰ ਆਉਂਦੀ ਹੈ, ਉਹ ਕੋਸ਼ਿਸ਼ ਤਾਂ ਅਸੀਂ ਕਰਦੇ ਹਾਂ, ਬਟ ਫਿਰ ਵੀ ਕਦੇ ਕਦੇ ਕਾਮਯਾਬ ਹੋ ਜਾਂਦੇ ਹਾਂ ਤੇ ਕਦੇ ਕਦੇ ਆਪਣੇ ਵਿਕਾਰਾਂ ਦੇ ਵਹਿਣ 'ਚ ਰੁੜ ਜਾਂਦੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਡੀ ਟਰਾਂਸਫਾਰਮੇਸ਼ਨ ਚੱਲ ਰਹੀ ਹੈ ਨਾ, ਮਨਮੁਖ ਤੋਂ ਸਨਮੁਖ ਦੀ, ਸਨਮੁਖ ਤੋਂ ਗੁਰਮੁਖ ਦੀ, ਮੈਨੂੰ ਲੱਗਦਾ ਹੈ ਇਹ ਸਾਰੀ ਉਮਰ ਚਲਦੀ ਜਾਣੀ ਚਾਹੀਦੀ ਹੈ, ਚਲਦੀ ਰਹਿਣੀ ਚਾਹੀਦੀ। ਰੋਜ਼ ਅਸੀਂ ਹਰੇਕ ਪਲ ਕਈ ਵਾਰੀ ਡਿੱਗਦੇ ਹਾਂ, ਹਰੇਕ ਪਲ ਅਸੀਂ ਆਪਣੇ ਆਪ ਨੂੰ ਰੋਕਦੇ ਹਾਂ ਤੇ ਹਰੇਕ ਪਲ ਕਈ ਵਾਰੀ ਖੜੇ ਹੋ ਜਾਂਦੇ, ਸੰਭਾਲ ਲੈਂਦੇ ਹਾਂ, ਪਰ ਕਈ ਵਾਰੀ ਡਿੱਗ ਵੀ ਜਾਂਦੇ। ਬਹੁਤ ਸੋਹਣੇ ਵਿਚਾਰ ਬੇਟਾ ਜੀ, ਤੁਸੀਂ, ਤੁਹਾਨੂੰ ਚੈਟ ਵਿੱਚ ਵੀ ਬਹੁਤ ਵਧੀਆ ਸ਼ਾਬਾਸ਼ ਮਿਲ ਰਹੀ ਹੈ ਜੀ। ਮੈਂ ਵੀਰ ਜੀ ਪਰਵਿੰਦਰ ਵੀਰ ਜੀ ਨੂੰ ਕਹਾਂਗਾ ਜੀ ਜ਼ਰੂਰ ਸਾਨੂੰ ਵਿਚਾਰ ਦੇਣ ਜੀ, ਉਹ ਇਸ ਪ੍ਰਥਾ ਹੈ ਜਿਹੜਾ ਅੱਜ ਵਿਕਾਰਾਂ ਦੀ ਚੱਲ ਰਹੀ ਹੈ। ਹਾਂਜੀ ਪਰਵਿੰਦਰ ਵੀਰ ਜੀ। ਬਹੁਤ ਸਾਰੇ ਬੱਚੇ ਹਨ, ਜ਼ਰੂਰ ਵਿਚਾਰ ਪਹਿਲਾਂ ਬੱਚਿਆਂ ਦੇ ਲੈ ਲਈ ਸਾਰੇ, ਬਹੁਤ ਵਧੀਆ ਵਿਚਾਰ ਸਨ। ਹਾਂ ਲਓ ਜੀ, ਜੈਸਮੀਨ ਹੈ ਜੀ, ਦੱਸ ਦਿੱਤਾ ਹੈ ਸਾਰਾ। ਹਾਂਜੀ 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 ਵੀਰ ਜੀ, ਪਰਵਿੰਦਰ ਵੀਰ ਜੀ। ਹਾਂਜੀ ਪਰਵਿੰਦਰ ਵੀਰ ਜੀ, ਕੀ ਕਹਿ ਰਹੇ ਸੀ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਵਿਚਾਰ ਜੋ ਲੋਕਾਂ ਵਿੱਚ ਸਾਰੀ ਸੰਗਤ ਨੇ ਕੀਤੀ ਹੈ, ਮੈਨੂੰ ਲੱਗਦਾ ਹੈ ਉਹਨੂੰ ਚੰਗੀ ਤਰ੍ਹਾਂ ਵਿਚਾਰਿਆ ਹੈ, ਤੇ ਜੋ ਕਬੀਰ ਜੀ ਤੇ ਉਹ ਵੀ ਬੱਚਿਆਂ ਨੇ ਆਪਣੇ ਨਾਲ ਹੀ ਦੱਸਿਆ ਹੈ। ਸਿਰਫ ਇਹ ਵਿਚਾਰ ਕਰਨ ਦੀ ਲੋੜ ਹੈ ਵੀ ਇਹ ਜਿਹੜੇ ਵਿਕਾਰ ਦੀ ਜਿਹੜਾ ਵਿਸ਼ਾ ਹੈ ਅੱਜ ਕਬੀਰ ਦੇ ਸ਼ਲੋਕਾਂ ਦਾ, ਇਹ ਉਪਜਦੇ ਕਿਉਂ ਹਨ? ਅਸੀਂ ਕਈ ਵਾਰੀ ਅਸੀਂ ਚਾਹੁੰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਵੀ ਇਹ ਖੁਆਰ ਕਰਦੇ ਹਨ, ਪਰ ਇਹ ਫੇਰ ਵੀ ਆ ਕੇ ਘੇਰ ਲੈਂਦੇ ਹਨ। ਇਹ ਕਿਸ ਤਰ੍ਹਾਂ ਹੁੰਦਾ ਹੈ? ਇਹਦਾ ਕਾਰਨ ਕੀ ਹੈ? ਇਸ ਗੱਲ ਨੂੰ ਘੋਖਣਾ ਚਾਹੀਦਾ ਹੈ। ਇਹ ਵਿਚਾਰ ਕਰਦੇ ਹਾਂ, ਮਨ ਵਿੱਚ ਇਹ ਆਈ ਵੀ ਇਹ ਤਨ ਜਿਸ ਤਰ੍ਹਾਂ ਹੀ ਸਾਨੂੰ ਪਰਮਾਤਮਾ ਵਿਸਰ ਜਾਂਦਾ ਹੈ, ਉਸੇ ਵੇਲੇ ਇਹ ਆਪਣਾ ਕੰਮ ਕਰਨਾ ਸ਼ੁਰੂ ਕਰਦੇ। ਜਦੋਂ ਹੀ ਅਸੀਂ ਸ਼ਬਦ ਤੋਂ ਟੁੱਟਦੇ ਹਾਂ, ਗੁਰਬਾਣੀ ਨੂੰ ਵਿਸਾਰਦੇ ਹਾਂ, ਇਹ ਸਾਡੇ ਤੇ ਭਾਰੂ ਹੋ ਜਾਂਦੇ। ਆਉਂਦੇ ਸਾਰਿਆਂ ਕੋਲ ਹਨ, ਕਬੀਰ ਜੀ ਕਹਿੰਦੇ ਹਨ ਮੇਰੇ ਕੋਲ ਵੀ ਆਉਂਦੇ ਹਨ, ਪਰ ਜਿਹੜੇ ਸ਼ਬਦ ਨਾਲ ਜੁੜੇ ਹੋਣ ਕਰਕੇ, ਪਰਮਾਤਮਾ ਦੀ ਯਾਦ ਬਣੀ ਹੋਣ ਕਰਕੇ, ਇਹ ਜਿਹੜੇ ਹੈ ਇਹ ਫਿਰ ਆਪਣਾ ਅਸਰ ਨਹੀਂ ਪਾ ਸਕਦੇ। ਤੂੰ ਵਿਸਰੈ ਤਾਂ ਸਭ ਕੋ ਲੱਗ, ਛੁੱਟੇ ਤਿਲ ਬਵਾੜ ਜਿਉ, ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ, ਕਹੋ ਨਾਨਕ 100 ਨਾਹ। ਇਹ 100 ਨਾਹ ਬਣ ਕੇ ਜਿਹੜੇ ਹੈ ਜੀਵ ਆਤਮਾ ਨੂੰ ਕਾਬੂ ਕਰ ਲੈਂਦੇ।
ਇਹਦਾ ਕਾਰਨ ਫਿਰ ਇਹਦਾ ਇਹੀ ਹੋਇਆ ਵੀ ਜਦੋਂ ਅਸੀਂ ਪਰਮਾਤਮਾ ਨੂੰ ਜੇ ਤਾਂ ਚੇਤੇ ਰੱਖਾਂਗੇ ਫਿਰ ਇਹਨਾਂ ਤੋਂ ਅਸੀਂ ਬਚੇ ਰਹਾਂਗੇ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ, ਉਹਦਾ ਭਾਵ ਇਹੀ। ਚੌਗਿਰਦ ਹਮਾਰਾ ਰਾਮਕਾਰ ਜਦੋਂ ਬਣੀ ਹੋਏਗੀ ਫਿਰ ਇਹ ਅਸੀਂ ਬਚੇ ਰਹਾਂਗੇ, ਤੇ ਨਹੀਂ ਤਾਂ ਇਹ ਸਾਨੂੰ ਫਿਰ ਆ ਕੇ ਘੇਰ ਲੈਣਗੇ। ਦੂਸਰਾ ਇਸ ਸ਼ਬਦ ਵਿੱਚ ਆਇਆ ਸੀ ਜਿਹੜੇ ਕੁਝ ਗੱਲਾਂ ਮਹਿਮਾਨ, ਇਹ ਵੀ ਇੱਥੇ ਵਿਚਾਰਨ ਵਾਲੀ ਗੱਲ ਹੈ ਵੀ ਸਮਾਂ ਥੋੜਾ ਹੈ। ਜਿੱਦਾਂ ਇੱਕ ਮਹਿਮਾਨ ਜਾਂਦਾ ਹੈ ਕਿਤੇ, ਉਹ ਥੋੜੇ ਚਿਰ ਵਾਸਤੇ ਰਹਿਣ ਜਾਂਦਾ ਹੈ, ਆਪਣਾ ਕੰਮ ਕਰਨ ਜਾਂਦਾ ਹੈ, ਤੇ ਉਸ ਤੋਂ ਬਾਅਦ ਫਿਰ ਅੱਗੇ ਤੁਰ ਜਾਂਦਾ ਹੈ, ਵਾਪਸ ਆ ਜਾਂਦਾ ਹੈ। ਸੋ ਸਾਡਾ ਵੀ ਉਸ ਤਰ੍ਹਾਂ ਵੀ ਅਸੀਂ ਵੀ ਇਹ ਜੇ ਸਾਡੇ ਕੋਲ ਸਮਾਂ ਥੋੜਾ ਹੈ ਜੀਵਨ ਦਾ, ਜੇ ਅਸੀਂ ਸਾਰਾ ਸਮਾਂ ਇਹਨਾਂ ਵਿਕਾਰਾਂ ਦੇ ਵਿੱਚ ਹੀ ਸੁੱਤਿਆਂ ਹੀ ਲਾ ਦਿਆਂਗੇ। ਅਸੀਂ ਹੁਣ ਥੋੜੀ ਦੇਰ ਪਹਿਲਾਂ ਸੌਂ ਕੇ ਉੱਠੇ ਹਾਂ, ਇਸੇ ਤਰ੍ਹਾਂ ਮਨ ਦਾ ਵਿਕਾਰਾਂ ਵਿੱਚ ਹੋਣਾ, ਸਰੀਰ ਦਾ ਵਿਕਾਰਾਂ ਵਿੱਚ ਹੋਣਾ ਉਸ ਇੱਕ ਸੌਣ ਦੇ ਬਰਾਬਰ ਹੈ। ਗਿਆਨ ਅੰਦਰੇ ਸੁੱਤੇ ਹੋਏ ਹਨ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸੁਣਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਰ। ਇਹਦਾ ਛੁਟਕਾਰਾ ਜਿਹੜਾ ਹੈ ਉਹ ਸਾਨੂੰ ਜਿਸ ਤਰ੍ਹਾਂ ਦੱਸਿਆ ਹੈ ਸੰਗਤ ਨੇ, ਅਸੀਂ ਸ਼ਬਦ ਨਾਲ ਜੁੜ ਕੇ, ਸੰਗਤ ਨਾਲ ਜੁੜ ਕੇ ਹੀ ਹੋ ਸਕਦਾ ਹੈ। ਇਹਨਾਂ ਤੋਂ ਨਾ ਹੀ ਸਾਨੂੰ ਕੋਈ ਧਨ ਪਦਾਰਥ ਬਚਾ ਸਕਦਾ ਹੈ, ਨਾ ਹੀ ਆਪਣਾ ਮਾਈ ਬਾਪ ਕੋਈ ਬਚਾ ਸਕਦਾ ਹੈ, ਸਿਰਫ ਤੇ ਸਿਰਫ ਸੰਗਤ ਹੀ ਬਚਾ ਸਕਦੀ ਹੈ। ਵਾਹਿਗੁਰੂ। ਵਾਹ ਜੀ, ਵੀਰ ਜੀ ਬਹੁਤ ਪਿਆਰੀ ਵਿਚਾਰ ਜੀ। ਪ੍ਰਭਲੀਨ ਕੌਰ ਤੇ ਜੈਸਮੀਨ ਕੌਰ ਦੋਨੋਂ ਦਾ ਹੈਂਡ ਰੇਜ਼ ਜੀ। ਪਹਿਲਾਂ ਪ੍ਰਭਲੀਨ ਕੌਰ ਜੀ ਦੇ ਵਿਚਾਰ ਸੁਣੀਏ ਜੀ। ਹਾਂਜੀ ਬੇਟਾ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਵਿਕਾਰਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਆਖਰ ਦੇ ਵਿੱਚ ਜਦੋਂ ਪਰਮਾਤਮਾ ਸਾਡੇ ਤੋਂ ਲੇਖਾ ਮੰਗੇਗਾ ਤਾਂ ਉਹ ਪੁੱਛੇਗਾ ਤੁਸੀਂ ਕਿੰਨਾ ਟਾਈਮ ਪਰਮਾਤਮਾ ਦਾ ਨਾਮ ਜਪਿਆ ਸੀ ਉਹ ਜ਼ਿੰਦਗੀ ਦੇ ਵਿੱਚ, ਜਿਸ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਪ੍ਰਿਥਵੀ ਦੇ ਉੱਤੇ ਸੀਗੇ, ਤੁਸੀਂ ਕਿੰਨਾ ਟਾਈਮ ਪਰਮਾਤਮਾ ਦਾ ਨਾਮ ਜਪਿਆ। ਤੇ ਅਸੀਂ ਉਦੋਂ ਪਛਤਾਵਾਂਗੇ ਕਿ ਅਸੀਂ ਉਸ ਟਾਈਮ ਪਰਮਾਤਮਾ ਦਾ ਨਾਮ ਕਿਉਂ ਨਾ ਜਪਿਆ। ਉਦੋਂ ਅਸੀਂ ਵਿਕਾਰ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਸੀ, ਇਸ ਸੰਸਾਰ ਦੇ ਮੋਹ ਦੇ ਵਿੱਚ ਵਿਕਾਰ ਇਕੱਠੇ ਕਰਨ ਦੇ ਉੱਤੇ ਲੱਗੇ ਹੋਏ ਸੀ, ਤੇ ਉਸ ਟਾਈਮ ਅਸੀਂ ਪਰਮਾਤਮਾ ਦਾ ਨਾਮ ਕਿਉਂ ਨਾ ਜਪ ਸਕੇ। ਉਸ ਟਾਈਮ ਸਾਨੂੰ ਬਹੁਤ ਪਛਤਾਵਾ ਹੋਵੇਗਾ। ਇਸ ਕਰਕੇ ਵਿਕਾਰਾਂ ਤੋਂ ਬਚੋ ਅਤੇ ਪਰਮਾਤਮਾ ਦਾ ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਮ ਆਣਗੇ, ਜੈ ਜਮ ਆਏ, ਕੇਸ ਗਏ ਪਟ ਗਏ। ਸਾਨੂੰ ਕੇਸਾਂ ਤੋਂ ਫੜ ਕੇ ਲੈ ਕੇ ਜਾਣਗੇ, ਪੁੱਛਣਗੇ ਇਹ ਨਾਮ ਕਿਉਂ ਨਹੀਂ ਜਪਿਆ, ਉਸ ਵੇਲੇ ਕਿਉਂ ਵਿਕਾਰ ਕੀਤੇ। ਆਹਾ, ਵਾਹ ਜੀ ਵਾਹ। ਤੇ ਜੇ ਅਸੀਂ ਨਾਮ ਜਪਿਆ ਹੋਏਗਾ ਤੇ ਜਮੇ ਕੀਓ ਹੜਤਾਲ, ਉਸ ਦਿਨ ਫਿਰ ਜਮਾਂ ਦੀ ਹੜਤਾਲ ਹੋ ਜਾਏਗੀ। ਵੈਰੀ ਗੁੱਡ, ਸ਼ਾਬਾਸ਼ ਬੇਟਾ, ਬਹੁਤ ਸੋਹਣੀ ਗੱਲ। ਸਾਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਕੋਈ ਨਾ ਕੋਈ ਪੁੱਛੇਗਾ, ਘੜੀ ਘੜੀ ਕਾ ਲੇਖਾ ਮੰਗਿਆ। ਓਹੋ, ਸਾਡੇ ਕੋਲ ਹਰੇ ਘੜੀ ਦਾ ਲੇਖਾ ਮੰਗਿਆ ਜਾਣਾ ਹੈ। ਵੈਰੀ ਗੁੱਡ। ਇਹ ਵੀ ਵਿਕਾਰਾਂ ਤੋਂ ਬਚਣ ਦਾ ਬਹੁਤ ਵਧੀਆ ਤਰੀਕਾ ਹੈ। ਸ਼ਾਬਾਸ਼ ਪ੍ਰਭਲੀਨ ਬੇਟਾ, ਬਹੁਤ ਸੋਹਣਾ ਤਰੀਕਾ ਦੱਸਿਆ ਜੀ, ਬਹੁਤ ਵਧੀਆ ਸੋਲੂਸ਼ਨ ਜੀ। ਹਾਂਜੀ ਜੈਸਮੀਨ ਕੌਰ ਜੀ। ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਵਿੱਚ ਪੰਜਲਾ ਸ਼ਲੋਕ ਹੈ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਿ ਸਾਡੇ ਜਿਹੜੇ ਵਿਕਾਰ ਨੇ ਉਹ ਸਿਰਫ ਬੇਨਤੀ ਕਰਨ ਨਾਲ ਹੀ ਜਾਣਗੇ। ਅਸੀਂ ਵਿਕਾਰਾਂ ਦੇ ਮੋਹ ਵਿੱਚ ਸਾਰੇ ਫਸੇ ਹੋਏ ਹੈਗੇ ਆ। ਇਹ ਜਿਹੜੀ ਅੱਗ ਸਾਨੂੰ ਲੱਗੀ ਹੋਈ ਹੈ, ਸਿਰਫ ਪਰਮਾਤਮਾ ਦੇ ਨਾਮ ਨਾਲ ਹੀ ਦੂਰ ਹੋ ਸਕਦੀ ਹੈ। ਕੋਈ ਹੋਰ ਚਾਰਾ ਹੈ ਹੀ ਨਹੀਂ। ਅਸੀਂ ਜੇ ਕੋਈ ਹੋਰ ਕਿਤੇ ਜਾਈਏ ਵੀ ਤਾਂ ਸਾਡਾ ਇਹ ਕੋਈ ਬਾਬੇ ਬੂਬੇ ਜਿਹੜੇ ਨੇ ਉਹ ਕੋਈ ਨਹੀਂ ਦੂਰ ਕਰ ਸਕਦਾ ਹੈ। ਸਿਰਫ ਪਰਮਾਤਮਾ ਹੀ ਹੈ ਜੋ ਸਾਡੇ ਵਿਕਾਰ ਦੂਰ ਕਰ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਅੱਜ ਤਾਂ ਵਿਚਾਰਾਂ ਦੀ ਬਾਰਿਸ਼ ਹੋ ਰਹੀ ਹੈ ਜੀ। ਜੈਸਮੀਨ ਜੀ, ਜਿਹੜੀ ਤੁਸੀਂ ਇਹ ਵਿਚਾਰ ਕੀਤੀ ਹੈ ਬੇਟਾ ਜੀ, ਇਹ ਵੀ ਸਾਨੂੰ ਦੇ ਦਿਓ ਥੋੜੀ ਜੀ, ਕਿ ਅਸੀਂ ਵੀ ਨਾਮ ਜਪਣਾ ਸ਼ੁਰੂ ਕਰ ਦਈਏ। ਬਹੁਤ ਵਧੀਆ ਬੇਟਾ, ਸ਼ਾਬਾਸ਼। ਦੇਖੋ ਇੰਨੀ ਛੋਟੀ ਉਮਰ ਔਰ ਇੰਨੀ ਜ਼ਬਰਦਸਤ ਵਿਚਾਰ। ਪ੍ਰਭਲੀਨ ਬੇਟੀ ਜੈਸਮੀਨ ਕੌਰ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਜੀ? ਹਾਂਜੀ 8th ਕਲਾਸ ਵਿੱਚ, 10th ਵਿੱਚ। ਸ਼ਾਬਾਸ਼ ਬੇਟਾ, ਐਸਾ ਹੀ ਮਿਹਨਤ ਪੂਰੀ ਕਰਨੀ ਹੈ। ਵੈਰੀ ਗੁੱਡ। ਹਾਂਜੀ ਇੰਦਰਪਾਲ ਜੀ ਦਾ ਹੈਂਡ ਰੇਜ਼ ਹੈ ਜੀ। ਆਓ ਜੀ ਇੰਦਰਪਾਲ ਜੀ। ਹਾਂਜੀ
ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਇਹ ਵਿਚਾਰ ਹੈ ਕਿ ਅਸੀਂ ਸਾਰੇ ਵਿਕਾਰਾਂ ਤੋਂ ਜੇ ਬਚਣਾ ਹੋਵੇ ਨਾ, ਤੇ ਉਹਦਾ ਇੱਕ ਜੇ ਸੋਲੂਸ਼ਨ ਕਹੀਏ ਤੇ ਉਹ ਸਾਨੂੰ ਜਪਜੀ ਸਾਹਿਬ ਦੀ ਦੂਸਰੀ ਪੌੜੀ ਵਿੱਚ ਗੁਰੂ ਸਾਹਿਬ ਨੇ ਦਿੱਤਾ ਹੈ, ਤੇ ਉਹ ਹੈ ਹੁਕਮ। ਪਹਿਲੀ ਪੰਕਤੀ ਤੋਂ ਹੀ ਹੁਕਮੀ ਹੋਵਨ ਆਕਾਰ, ਹਨਾ। ਸਾਨੂੰ ਜੇ ਇਹ ਸਮਝ ਆ ਗਈ ਵੀ ਹੁਕਮੀ ਹੋਵਨ ਆਕਾਰ, ਵੀ ਸਾਡਾ ਆਕਾਰ ਹੀ ਹੁਕਮ ਵਿੱਚ ਹੋਇਆ, ਸਾਨੂੰ ਆਪਣੇ ਸਰੀਰ ਦਾ ਨਹੀਂ ਹੰਕਾਰ ਰਹੇਗਾ। ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ। ਫਿਰ ਸਾਨੂੰ ਕਿਸੇ ਹੋਰ ਦਾ ਵੀ ਇਹ ਮੇਰਾ ਦੋਸਤ ਹੈ, ਇਹ ਵੱਡੇ ਬੰਦੇ ਨੂੰ ਮੈਂ ਜਾਣਦਾ, ਇਹਨਾਂ ਦਾ ਵੀ ਨਹੀਂ ਰਹੇਗਾ। ਸੋ ਜੇ ਸਾਨੂੰ ਹੁਕਮ ਦੀ ਸਮਝ ਆ ਗਈ, ਫਿਰ ਸਾਡੇ ਵਿਕਾਰ ਕਾਫੀ ਹੱਦ ਤੱਕ ਘਟ ਜਾਣਗੇ ਜਾਂ ਖਤਮ ਵੀ ਹੋ ਸਕਦੇ ਨੇ। ਇੱਕ ਛੋਟੀ ਜਿਹੀ ਸਾਖੀ ਹੈਗੀ ਆ, ਉਹ ਮੈਂ ਸ਼ੇਅਰ ਕਰ ਸਕਦਾ ਜੀ? 2 ਮਿੰਟ ਜ਼ਰੂਰ ਕਰੋ ਜੀ, ਜ਼ਰੂਰ ਕਰੋ। ਹਾਂ, ਥੈਂਕ ਯੂ। ਇੱਕ ਨਾ ਵਾਰਾਣਸੀ ਵਿੱਚ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਫੱਗੂ। ਗੁਰੂ ਅਰਜਨ ਦੇਵ ਜੀ ਦੇ ਟਾਈਮ ਦੀ ਸ਼ਾਇਦ ਗੱਲ ਹੈਗੀ ਹੈ। ਤੇ ਫੱਗੂ ਦੀ ਨਾ ਇਹ ਸੇਵਾ ਸੀਗੀ ਕਿ ਉਹ ਨਾ ਦਸਵੰਧ ਇਕੱਠਾ ਕਰਦਾ ਸੀ ਆਪਣੇ ਪਿੰਡ ਵਿੱਚੋਂ। ਤੇ ਮਹੀਨੇ ਵਿੱਚ, ਹਫ਼ਤੇ ਵਿੱਚ, ਜਦੋਂ ਵੀ ਉਹ ਕਰਦਾ ਸੀ, ਇੱਕ ਵਾਰ ਉਹ ਦਸਵੰਧ ਇਕੱਠਾ ਕਰਨ ਗਿਆ ਤੇ ਨਾ ਇੱਕ ਘਰ ਦਾ ਉਹਨੇ ਦਰਵਾਜ਼ਾ ਖੜਕਾਇਆ, ਅੰਦਰੋਂ ਕੋਈ ਬੀਬੀ ਬਾਹਰ ਆਈ। ਹੁਣ ਉਹ ਬੀਬੀ ਨਾ ਬੜੇ ਗੁੱਸੇ ਵਿੱਚ ਸੀਗੀ, ਕੋਈ ਘਰੇ ਲੜਾਈ ਹੋਈ ਹੋਣੀ ਹੈ, ਕੋਈ ਕੁਛ ਐਵੇਂ ਦਾ ਹੋਇਆ ਹੋਣਾ, ਉਹ ਬੜੇ ਗੁੱਸੇ ਵਿੱਚ ਸੀਗੀ। ਸੋ ਫੱਗੂ ਨੇ ਕਿਹਾ ਜੀ ਮੈਂ ਨਾ ਦਸਵੰਧ ਲੈਣ ਆਇਆ, ਤੇ ਤੁਸੀਂ ਕੋਈ ਸੇਵਾ ਦੇਣੀ ਚਾਹੋਗੇ? ਤੇ ਉਹ ਗੁੱਸੇ 'ਚ ਸੀਗੇ, ਕਹਿੰਦੇ ਨਹੀਂ ਸਾਡੇ ਕੋਲ ਨਹੀਂ ਕੁਛ ਹੈਗਾ, ਤੂੰ ਅੱਗੇ ਜਾ। ਉਹ ਸਿੱਖ ਨੇ ਫਿਰ ਬੇਨਤੀ ਕੀਤੀ, ਜੀ ਮੈਂ ਕਾਫੀ ਸਮੇਂ ਬਾਅਦ ਆਇਆ, ਕੁਝ ਨਿੱਕਾ ਮੋਟਾ ਤੁਸੀਂ ਦੇਣਾ ਚਾਹੋ ਤੇ ਜ਼ਰੂਰ ਦਿਓ ਜੀ। ਹੁਣ ਉਹ ਬੀਬੀ ਨੂੰ ਹੋਰ ਜ਼ਿਆਦਾ ਗੁੱਸਾ ਆ ਗਿਆ। ਉਹਨਾਂ ਨੇ ਕੀ ਕੀਤਾ, ਉਹ ਘਰ ਦੇ ਅੰਦਰ ਗਏ। ਅੰਦਰ ਜਿਹੜਾ ਕਿਚਨ ਦਾ ਵੇਸਟ ਸੀ ਨਾ, ਕੋਈ ਸਬਜ਼ੀਆਂ ਦੀਆਂ ਛਿੱਲੜਾਂ, ਕੁਛ ਵੀ ਹੋਰ ਜੋ ਸਭ ਪਿਆ ਸੀਗਾ, ਫਰੂਟਸ ਦਾ ਬਚਿਆ ਹੋਇਆ, ਉਹ ਸਾਰਾ ਲਿਆ ਕੇ ਉਹਨਾਂ ਨੇ ਫੱਗੂ ਦੇ ਝੋਲੇ ਵਿੱਚ ਪਾਤਾ, ਦਸਵੰਧ ਵਾਲੇ। ਤੇ ਜੇ ਕੋਈ ਵਿਕਾਰਾਂ ਵਾਲਾ ਬੰਦਾ ਹੁੰਦਾ, ਉਹਨੂੰ ਗੁੱਸਾ ਆ ਜਾਂਦਾ, ਹਨਾ, ਉਹ ਉੱਥੇ ਸ਼ਾਇਦ ਸੁੱਟ ਕੇ ਆ ਜਾਂਦਾ। ਤੇ ਫੱਗੂ ਨੇ ਕੀ ਕੀਤਾ, ਉਹਨੇ ਨਾ ਵਿੱਚੋਂ ਜੋ ਵੇਸਟ ਸੀਗਾ, ਛਿੱਲੜਾਂ ਸੀਗੀਆਂ, ਉਹ ਚੱਕ ਕੇ ਸੁੱਟਤੀਆਂ। ਵਿੱਚੋਂ ਉਹਨੂੰ ਇੱਕ ਛੋਟਾ ਜਿਹਾ ਬੀਜ ਮਿਲਿਆ, ਉਹ ਉਹਨੇ ਕੋਲ ਰੱਖ ਲਿਆ, ਘਰੇ ਜਾ ਕੇ ਬੀਜਤਾ। ਕੁਝ ਸਾਲ ਬਾਅਦ ਉਹਦਾ ਦਰਖਤ ਬਣ ਗਿਆ ਤੇ ਉਹਨੂੰ ਫਲ ਲੱਗੇ ਤੇ ਉਹਨੇ ਫਲ ਖਾਦੇ, ਹਨਾ, ਉਹਨਾਂ ਦਾ ਆਨੰਦ ਮਾਣਿਆ। ਸੋ ਜੇ ਉਹ ਉੱਥੇ ਵਿਕਾਰ ਕਰ ਲੈਂਦਾ, ਗੁੱਸਾ ਕਰ ਲੈਂਦਾ, ਹੰਕਾਰ ਵਿੱਚ ਆ ਜਾਂਦਾ ਵੀ ਜੀ ਮੈਂ ਤਾਂ ਸੇਵਾ ਕਰਨ ਆਇਆ, ਤੇ ਉਹ ਗਲਤ ਹੋਣਾ ਸੀ। ਪਰ ਉਹਨੇ ਵਿੱਚੋਂ ਪੋਜ਼ਿਟਿਵ ਲੱਭਿਆ ਵੀ ਇਹਦੇ ਵਿੱਚ ਵੀ ਕੋਈ ਹੁਕਮ ਹੈ, ਕੋਈ ਰਜ਼ਾ ਹੈ, ਕੋਈ ਭਾਣਾ ਹੈ, ਤੇ ਉਹਨੇ ਉਹਦੇ ਵਿੱਚੋਂ ਪੋਜ਼ਿਟਿਵ ਲੱਭਿਆ। ਸੋ ਮੇਰੇ ਖਿਆਲ ਜਿਹੜਾ ਸੀਕ੍ਰੇਟ ਹੈ ਵਿਕਾਰਾਂ ਤੋਂ ਬਚਣ ਦਾ, ਉਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹ ਜੀ ਇੰਦਰਪਾਲ ਜੀ, ਬੜਾ ਹੀ ਪਿਆਰੇ ਵਿਚਾਰ ਤੁਸੀਂ ਅੱਜ ਇੱਕ ਵਿਲੱਖਣ ਚੀਜ਼ ਸਾਨੂੰ ਦਿੱਤੀ ਹੈ ਜੀ। ਸਾਨੂੰ ਵਿਕਾਰਾਂ ਵਿੱਚੋਂ ਵੀ ਗੁਣ ਲੱਭਣੇ ਚਾਹੀਦੇ ਹਨ। ਬਹੁਤ ਵਧੀਆ ਵਿਚਾਰ ਇੰਦਰਪਾਲ ਜੀ। ਜੇ ਵਿਕਾਰ ਸਾਡੀ ਲਿਮਿਟ ਵਿੱਚ ਹਨ ਤੇ ਉਹ ਸਾਡੇ ਗੁਣ ਹਨ। ਵਿਦਆਊਟ ਲਿਮਿਟ, ਅਪਰ ਲਿਮਿਟ ਜਾਂ ਅਬਵ ਲਿਮਿਟ ਹੋ ਜਾਂਦੇ ਹਨ ਤਾਂ ਉਹ ਸਾਡੇ ਔਗੁਣ ਬਣ ਜਾਂਦੇ ਹਨ। ਸ਼ਾਬਾਸ਼ ਬੇਟਾ, ਬਹੁਤ ਪਿਆਰੀ ਵਿਚਾਰ ਜੀ। ਅਸੀਂ ਕੋਸ਼ਿਸ਼ ਕਰਾਂਗੇ ਵਿਕਾਰ ਸਾਡੇ ਲਿਮਿਟ ਵਿੱਚ ਰਹਿਣ ਜੀ ਤੇ ਸਾਡੇ ਗੁਣ ਬਣੇ ਰਹਿਣ। ਵੈਰੀ ਗੁੱਡ, ਸ਼ਾਬਾਸ਼ ਜੀ। ਹਾਂਜੀ, ਤਰਨਜੋਤ ਸਿੰਘ ਜੀ, ਇਹਨਾਂ ਦਾ ਹੈਂਡ ਰੇਜ਼ ਹੈ ਜੀ। ਲਾਸਟ ਇਹਨਾਂ ਨੂੰ ਲੈ ਕੇ ਫਿਰ ਸ਼ਲੋਕ ਪੜਾਂਗੇ ਜੀ। ਹਾਂਜੀ ਤਰਨਜੋਤ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਫਤਿਹ। ਆਪਾਂ ਅੱਜ ਵਿਕਾਰਾਂ ਤੇ ਗੱਲ ਹੋ ਰਹੀ ਹੈ, ਉਹਨੂੰ ਗੁਰੂ ਸਾਹਿਬ ਦਾ ਇੱਕ ਸ਼ਬਦ ਯਾਦ ਆ ਗਿਆ ਤੇ ਉਹ ਸੀਗਾ ਕਿ ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਫਿਰ ਅੱਗੇ ਮਹਾਰਾਜ ਦੱਸਦੇ ਆ ਵੀ ਇਹ ਇਹਦਾ ਸੋਲਿਊਸ਼ਨ ਕੀ ਹੈ। ਪਹਿਲੇ ਦੱਸਦੇ ਆ ਕਿ ਇਹਦੇ 'ਚ ਹੁੰਦਾ ਕੀ ਹੈ, ਇਹਦਾ ਇਫੈਕਟ ਕੀ ਹੈ। ਤੇ ਉਹਦੇ 'ਚ ਮਹਾਰਾਜ ਕਹਿੰਦੇ ਆ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣਿਆ ਪੁਕਾਰਾ। ਉਹੀ ਸਾਡੀ ਸਿਚੁਏਸ਼ਨ ਹੈਗੀ ਹੈ, ਸਾਨੂੰ ਪਤਾ ਚੱਲ ਗਿਆ ਕਿ ਚਲੋ ਹੋ ਰਿਹਾ, ਪਰ ਆਪਾਂ ਹਾਲੇ ਵੀ ਸੋਲਿਊਸ਼ਨ ਲੱਭ ਰਹੇ ਹਾਂ ਕਿ ਪੁਕਾਰ ਕਰ ਰਹੇ ਹਾਂ ਕਿਵੇਂ ਇੱਥੋਂ ਛੁੱਟਣਾ ਕਿਵੇਂ ਹੈ। ਤੇ ਅੱਗੇ ਮਹਾਰਾਜ ਕਹਿੰਦੇ ਆ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਗੁਰੂ ਤੋਂ ਬਿਨਾਂ ਜੋ ਕੋਈ ਹੈ ਸਭ ਕੁਛ ਗੁਬਾਰਾ ਹੈਗਾ। ਜਿਵੇਂ ਇੱਕ ਆਪਾਂ ਕਹਿ ਦਿੰਦੇ ਹਾਂ ਹੌਲੋ ਜਿਹਾ ਬਣ ਜਾਂਦਾ ਹੈ, ਕੁਛ ਗੁਰੂ ਬਿਨਾਂ ਨਾ ਕੁਛ ਸਮਝ ਨਹੀਂ ਆਉਂਦਾ, ਓਦਾਂ ਦੀ ਗੱਲ ਹੈ। ਫਿਰ ਉਸ ਤੋਂ ਅੱਗੇ ਆ ਜਾਂਦਾ ਹੈ, ਹਉਮੈ ਮੇਰਾ ਕਰ ਕਰ ਵਿਗੂਤਾ, ਇਹ ਚੱਲੇ ਨਾ ਚਲਦਿਆਂ ਨਾਲ। ਫਿਰ ਆ ਜਾਂਦਾ ਹੈ, ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਹਰ ਨਾਮ ਸੰਭਾਲ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਘਟ ਚਾਨਣ, ਅਮਰ ਸਿਰ ਬਾਦਸ਼ਾਹਾ। ਅਨ ਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਸਚ ਲਾਹਾ। ਨਾਨਕ ਰਾਮ ਨਾਮ ਨਿਸਤਾਰਾ,
ਸ਼ਬਦ ਰਤੈ ਹਰ ਪਾਹਾ। ਤੇ ਇਹਦੇ 'ਚ ਫਿਰ ਸਾਨੂੰ ਮਹਾਰਾਜ ਇਹੀ ਦੱਸਦੇ ਆ ਕਿ ਇਹਦਾ ਸੋਲਿਊਸ਼ਨ ਜੋ ਹੈ ਉਹ ਇਹੀ ਹੈ ਕਿ ਗੁਰੂ ਦਾ ਨਾਮ ਹਰ ਵੇਲੇ ਯਾਦ ਰੱਖਣਾ, ਜੋ ਆਪਾਂ ਪਹਿਲੇ ਵੀ ਡਿਸਕਸ਼ਨ ਹੋਈ ਹੈ ਕਿ ਧਿਆਨ ਰੱਖਣਾ, ਅਰਦਾਸ ਕਰਨੀ, ਇਹ ਮਹਾਰਾਜ ਸਾਨੂੰ ਇਹ ਸੋਲਿਊਸ਼ਨ ਦੱਸਦੇ ਆ ਜੀ। ਵਾਹ ਜੀ, ਬਹੁਤ ਪਿਆਰੇ ਵਿਚਾਰ ਤਰਨਜੋਤ ਸਿੰਘ ਜੀ। ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਮੈਨੂੰ ਤੁਹਾਡੀ ਗੱਲ ਸੁਣ ਕੇ ਇੱਕ ਸ਼ਬਦ ਯਾਦ ਆ ਗਿਆ ਕਿ ਇਸ ਜਿਹੜਾ ਤੁਸੀਂ ਹੁਣੇ ਸ਼ਬਦ ਬੋਲਿਆ ਇਹਦੇ ਨਾਲ ਰਲਦਾ ਸ਼ਬਦ ਇਹ ਵਾਲਾ ਹੈ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਤੁਸੀਂ ਵਿਕਾਰਾਂ ਤੋਂ ਬਚ ਸਕਦੇ ਹੋ। ਕਿਸ ਤਰ੍ਹਾਂ ਜੀ? ਨਾਨਕ ਕੀ ਕਹਿੰਦੇ ਜੀ, ਸਾਰੇ ਸ਼ਬਦ ਉਹ ਸਿਰਫ ਖੁਸ਼ੀ ਖੁਆਰ ਤੇ ਹੀ ਹੈ ਜੀ। ਹੋਰ ਖਾਣਾ ਖੁਸ਼ੀ ਖੁਆਰ, ਹੋਰ ਪਹਿਨਣਾ ਖੁਸ਼ੀ ਖੁਆਰ, ਹੋਰ ਚੜ੍ਹਨਾ ਖੁਸ਼ੀ ਖੁਆਰ। ਜਿਹੜੀਆਂ ਚੀਜ਼ਾਂ ਤੁਹਾਨੂੰ ਤੁਹਾਡੇ ਅੰਦਰ ਵਿਕਾਰ ਪੈਦਾ ਕਰਦੀਆਂ ਹਨ, ਭਾਵੇਂ ਉਹ ਖਾਣਾ ਹੈ, ਭਾਵੇਂ ਉਹ ਪਹਿਨਣਾ ਹੈ, ਭਾਵੇਂ ਉਹ ਸਵਾਰੀ ਕਰਨੀ ਹੈ, ਭਾਵੇਂ ਉਹ ਘਰ ਵਿੱਚ ਰਹਿਣਾ ਹੈ, ਉਹ ਵਿਕਾਰ ਹਨ। ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਪ੍ਰਮਾਤਮਾ ਦੇ ਸੰਜਮ, ਸੰਤੋਖ, ਧੀਰਜ ਵਿੱਚ ਰਹਿਣ ਦੀ ਲਈ ਪ੍ਰੇਰਦੀਆਂ ਹਨ ਜਾਂ ਉਹਦੇ ਵਿੱਚ ਰੱਖਦੀਆਂ ਹਨ, ਉਹ ਸਾਰੇ ਸਾਡੇ ਗੁਣ ਹਨ। ਵਾਹ ਜੀ ਤਰਨਜੋਤ ਸਿੰਘ ਜੀ, ਬਹੁਤ ਪਿਆਰੀ ਵਿਚਾਰ ਜੀ, ਧੰਨਵਾਦ ਜੀ। ਅੱਜ ਤਾਂ ਬੱਚਿਆਂ ਨੇ ਸਾਰਿਆਂ ਨੇ ਸਾਨੂੰ ਇੰਨੇ ਸਾਰੇ ਫਾਰਮੂਲੇ ਦੇਤੇ ਆ ਜੀ। ਮੈਨੂੰ ਲੱਗਦਾ ਕਿ ਕਮ ਸੇ ਕਮ ਆ ਜਿਹੜਾ ਅਗਲਾ ਹਫਤਾ ਆ ਰਿਹਾ ਜਾਂ ਮਹੀਨਾ ਆ ਰਿਹਾ, ਉਹਦੇ 'ਚ ਸਾਨੂੰ ਵਿਕਾਰ ਤੰਗ ਨਹੀਂ ਕਰਨਗੇ। ਹਾਂ, ਅਗਰ ਇਹ ਬੱਚੇ ਸਾਨੂੰ ਰੋਜ਼ ਨਵੀਂ ਸਿੱਖਿਆ, ਨਵੇਂ ਗੁਣ ਦੱਸਦੇ ਰਹਿਣਗੇ ਤੇ ਮੈਨੂੰ ਲੱਗਦਾ ਕਿ ਅਸੀਂ ਹਮੇਸ਼ਾ ਲਈ ਇਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ। ਸਾਰੇ ਬੱਚਿਆਂ ਦਾ ਧੰਨਵਾਦ ਜੀ। ਬਹੁਤ ਪਿਆਰੀ ਵਿਚਾਰ। ਅੱਜ ਇੱਕ ਆਨੰਦ ਹੁੰਦਾ ਜੀ, ਇੱਕ ਪਰਮ ਆਨੰਦ ਹੁੰਦਾ ਤੇ ਇੱਕ ਆਨੰਦ ਪਰਮਾਨੰਦ ਹੁੰਦਾ ਜੀ। ਅੱਜ ਉਸ ਤੋਂ ਵੀ ਵੱਧ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਸਾਡੀਆਂ ਝੋਲੀਆਂ ਭਰੀਆਂ ਨੇ। ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਵਿਚਾਰ ਦਿੱਤੀ ਹੈ ਜੀ, ਔਰ ਸਾਨੂੰ ਵਧੀਆ ਫਾਰਮੂਲੇਜ਼, ਇੰਸਟਰਕਸ਼ਨਸ ਦਿੱਤੀਆਂ ਨੇ, ਔਰ ਵਧੀਆ ਗੱਲਾਂ ਸਾਨੂੰ ਦੱਸੀਆਂ ਨੇ ਜੀ। ਮੈਂ ਸਾਰਿਆਂ ਦਾ ਹਾਂਜੀ ਵੈਰੀ ਨਾਈਸ। ਵਾਹ ਜੀ ਵਾਹ। ਸਾਨੂੰ ਵਿਕਾਰਾਂ ਵਿੱਚੋਂ ਗੁਣ ਲੱਭਣੇ ਚਾਹੀਦੇ ਹਨ। ਬਹੁਤ ਵਧੀਆ ਜੀ। ਮੈਂ ਬੇਟੀ ਮਨਮੀਨ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਲਾਸਟ 2 ਸ਼ਲੋਕ ਇਸ ਤਰ੍ਹਾਂ ਹੀ ਜਿਵੇਂ ਆਪਾਂ ਵਿਚਾਰ ਕੀਤੀ ਹੈ, ਜਿਵੇਂ ਜਾਪ ਕਰਾਇਆ ਹੈ, ਉਸ ਤਰ੍ਹਾਂ ਹੀ ਬੜੀ ਬਖਸ਼ਿਸ਼ ਨਾਲ ਸਾਨੂੰ ਇਹ ਦੋਨੋਂ ਸ਼ਲੋਕ ਅਖੀਰ ਤੇ ਸਰਵਣ ਕਰਾਉਣ ਜੀ। ਉਸ ਤੋਂ ਬਾਅਦ ਸਮਾਪਤੀ ਹੈ। आओ जी। हाँ जी। कबीर परदेसी कै कागरे, चौदिस लागी आग, खिंथा जल कोयला पई, आगे आँच न लाग। कबीर परदेसी कै कागरे, 24 लागी आग, खिंथा जल कोयला पई, आगे आँच न लाग। कबीर खिंथा जल कोयला पई, खापर फूट मफूट, जोगी बपुड़ा खेलियो, आसन रही विपूत। कबीर खिंथा जल कोयला पई, खापर फूट मफूट, जोगी बपुड़ा खेलियो, आसन रही विपूत। वाहिगुरु जी का खालसा, वाहिगुरु जी की फतेह जी। फतेह।